ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਆਪਣੀ 12ਵੀਂ ਕਲਾਸ ਦੀ ਸੈਕਸ਼ਨ ਸੀ ਦੀ 4th ਸਟੋਰੀ ਦਾ ਗੋਲਡ ਫਰੇਮ, ਜਿਸ ਨੂੰ ਕਿ ਆਰ ਕੇ ਲਕਸ਼ਮਣ ਜੀ ਨੇ ਲਿਖਿਆ ਹੋਇਆ ਹੈ, ਉਸ ਦੇ ਸ਼ਾਰਟ ਆਨਸਰ ਟਾਈਪ ਕੁਐਸਚਨ ਆਨਸਰਸ ਕਵਰ ਕਰਾਂਗੇ। ਤਾਂ ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਇਹ ਇਸ ਚੈਪਟਰ ਦੀ ਸਾਡੀ ਦੂਸਰੀ ਵੀਡੀਓ ਹੋਏਗੀ, ਦੂਸਰਾ ਪਾਰਟ ਹੋਏਗਾ। ਮੈਂ ਇਸ ਚੈਪਟਰ ਦੇ ਪਾਰਟ 1 ਵਾਲੇ ਵੀਡੀਓ ਦੇ ਵਿੱਚ ਇਸ ਚੈਪਟਰ ਦੀ ਫੁੱਲ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਰਵਾਈ ਹੈ, ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ। ਤਾਂ ਸਟੂਡੈਂਟਸ, ਮੈਂ ਇਸ ਚੈਪਟਰ ਦੀ ਜੋ ਗਲੋਸਰੀ ਦੇ ਵਿੱਚ ਵਰਡਸ ਆਏ ਨੇ, ਉਹਨਾਂ ਨੂੰ ਮੈਂ ਸਾਈਡ ਬਾਈ ਸਾਈਡ ਦਿਖਾਉਂਦੇ ਹੋਏ ਤੁਹਾਨੂੰ ਇਹ ਪੂਰਾ ਚੈਪਟਰ ਐਕਸਪਲੇਨ ਕੀਤਾ ਹੈ ਵਿਦ ਦੀ ਹੈਲਪ ਆਫ ਪਿਕਚਰਸ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਾਰਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ ਤੇ ਪੂਰਾ ਚੈਪਟਰ ਸਮਝਿਆ ਹੋਵੇਗਾ। ਜੇਕਰ ਕਿਸੇ ਕਾਰਨਵਸ਼ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਤੁਸੀਂ ਉੱਪਰ ਦਿੱਤੇ ਹੋਏ ਲਿੰਕ ਤੇ ਜਾ ਕੇ ਇਹ ਵੀਡੀਓ ਦੇਖੋ, ਤਾਂ ਹੀ ਅੱਜ ਵਾਲਾ ਵੀਡੀਓ ਜਿਸ ਵਿੱਚ ਇਸ ਚੈਪਟਰ ਦੇ ਅਸੀਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਕਵਰ ਕਰ ਰਹੇ ਹਾਂ ਉਹ ਸਮਝ ਆ ਸਕਦੇ ਹਨ। ਤਾਂ ਸਟੂਡੈਂਟਸ, ਆਪਣੀ ਟੈਕਸਟ ਬੁੱਕ ਵਿੱਚ ਇਸ ਚੈਪਟਰ ਦੇ ਐਂਡ ਤੇ ਜੋ ਐਕਸਰਸਾਈਜ਼ਸ ਦਿੱਤੀਆਂ ਹੋਈਆਂ ਹਨ, ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ, ਤਾਂ ਕੰਪਰੀਹੈਂਸ਼ਨ ਕੁਐਸਚਨਸ ਦੇ ਪਹਿਲੇ ਪਾਰਟ ਦੇ ਵਿੱਚ ਜੋ ਕਿ ਕੁਐਸਚਨਸ ਹਨ ਉਹ ਟੋਟਲ 15 ਕੁਐਸਚਨਸ ਹਨ। ਇਹ ਸਾਰੇ ਦੇ ਸਾਰੇ 15 ਦੇ 15 ਕੁਐਸਚਨਸ ਸ਼ਾਰਟ ਆਨਸਰ ਟਾਈਪ ਕੁਐਸਚਨ ਨੇ। ਇਹ ਸਾਰੇ ਚੈਪਟਰ ਦੇ ਵਿੱਚੋਂ ਹੀ ਬਣੇ ਹੋਏ ਹਨ ਤੇ ਇਹਨਾਂ ਦੇ ਆਪਾਂ ਆਨਸਰ 10 to 15 ਵਰਡਸ ਦੇ ਵਿੱਚ ਦੇਣੇ ਹੁੰਦੇ ਨੇ, ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ 1 ਜਾਂ 2 ਲਾਈਨਸ ਦੇ ਵਿੱਚ ਇਹਦਾ ਆਨਸਰ ਦੇਣਾ ਹੁੰਦਾ ਹੈ। ਸਾਡੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਇਹ ਕੁਐਸਚਨਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਇਹ ਸਾਰੇ ਹੀ ਸ਼ਾਰਟ ਆਨਸਰ ਟਾਈਪ ਕੁਐਸਚਨ ਨੇ। ਤਾਂ ਅੱਜ ਵਾਲੇ ਵੀਡੀਓ ਦੇ ਵਿੱਚ ਆਪਾਂ ਇਹ ਸਾਰੇ ਕੁਐਸਚਨਸ ਦੇ ਆਨਸਰਸ ਡਿਸਕਸ ਕਰਾਂਗੇ। ਤਾਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਪਹਿਲੇ ਪਾਰਟ 1 ਵਾਲੇ ਵੀਡੀਓ ਦੇ ਵਿੱਚ ਇਸ ਚੈਪਟਰ ਨੂੰ ਪੂਰੀ ਤਰ੍ਹਾਂ ਸੁਣਿਆ ਹੋਵੇਗਾ, ਸਮਝਿਆ ਹੋਵੇਗਾ, ਤਾਂ ਕਿ ਤੁਹਾਨੂੰ ਇਹਨਾਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੂੰ ਹੱਲ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਹਾਂਜੀ ਸਟੂਡੈਂਟਸ, ਅਸੀਂ ਆਪਣੇ ਇੱਕ ਕੁਐਸਚਨ ਸ਼ੁਰੂ ਕਰਦੇ ਹਾਂ। ਤਾਂ ਪਹਿਲਾ ਕੁਐਸਚਨ ਹੈ ਕਿ ਵੇਅਰ ਵਾਜ਼ ਦਾ ਮਾਡਰਨ ਫਰੇਮਵਰਕ ਸਿਚੁਏਟਡ। ਸਟੋਰੀ ਦੇ ਸ਼ੁਰੂ ਦੇ ਵਿੱਚ ਹੀ ਇੱਕ ਸ਼ਾਪ ਦਾ ਜ਼ਿਕਰ ਆਉਂਦਾ ਹੈ ਜਿਸ ਦਾ ਨਾਮ ਹੈ ਦਾ ਮਾਡਰਨ ਫਰੇਮਵਰਕਸ। ਤਾਂ ਦੱਸਿਆ ਗਿਆ ਹੈ ਕਿ ਇਹ ਜਿਹੜੀ ਸ਼ਾਪ ਹੈ ਇਹ ਕਿੱਥੇ ਹੈ, ਕਿਸ ਤਰ੍ਹਾਂ ਬਣੀ ਹੋਈ ਹੈ, ਤੇ ਉਸ ਦੇ ਬਾਰੇ ਹੀ ਕੁਐਸਚਨ ਹੈ। ਤਾਂ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਹਮੇਸ਼ਾ ਕੁਐਸਚਨ ਦਾ ਜਿਹੜਾ ਪਹਿਲਾ ਵਰਡ ਹੈ ਉਸ ਨੂੰ ਜ਼ਰੂਰ ਆਪਾਂ ਧਿਆਨ ਨਾਲ ਦੇਖੀਏ। ਤਾਂ ਇਹ ਲਿਖਿਆ ਹੋਇਆ ਵੇਅਰ। ਤਾਂ ਵੇਅਰ ਦਾ ਮਤਲਬ ਅਸੀਂ ਬਹੁਤ ਹੀ ਛੋਟੀਆਂ ਕਲਾਸਾਂ ਤੋਂ ਜਾਣਦੇ ਹਾਂ ਕਿ ਇਹਦਾ ਮਤਲਬ ਹੁੰਦਾ ਹੈ ਕਿੱਥੇ। ਇਹਦਾ ਮਤਲਬ ਇਹ ਹੋ ਗਿਆ ਕਿ ਇਸ ਸ਼ਾਪ ਦੀ ਜਗ੍ਹਾ ਬਾਰੇ ਸਾਨੂੰ ਪੁੱਛਿਆ ਗਿਆ ਕਿ ਇਹ ਸ਼ਾਪ ਕਿੱਥੇ ਸਥਿਤ ਸੀ। ਨਾਓ ਸਿਚੁਏਟਡ ਦਾ ਮਤਲਬ ਹੁੰਦਾ ਹੈ ਸਥਿਤ ਹੋਣਾ। ਤਾਂ ਉਸ ਦੀ ਜਗ੍ਹਾ ਪੁੱਛੀ ਹੋਈ ਹੈ ਕਿ ਇਹ ਸ਼ਾਪ ਕਿੱਥੇ ਸੀ। ਬੱਚਿਓ, ਇਹ ਸਾਰਾ ਪੜ੍ਹਿਆ ਹੈ ਆਪਣੇ ਚੈਪਟਰ ਦੇ ਵਿੱਚ ਕਿ ਇਹ ਇੱਕ ਜਿਹੜੀ ਸ਼ਾਪ ਸੀ ਲੱਕੜ ਦੀ ਬਣੀ ਹੋਈ ਸੀ ਅਤੇ ਇਹ 2 ਸ਼ਾਪਸ ਦੇ ਵਿਚਕਾਰ ਇੱਕ ਗੈਪ ਸੀ, ਜਗ੍ਹਾ ਸੀ, ਜਿਸ ਦੇ ਵਿੱਚ ਇਹ ਸਥਿਤ ਸੀ। ਤਾਂ ਉਹਦਾ ਆਨਸਰ ਹੈ ਜੀ ਕਿ ਇਟ ਵਾਜ਼ ਸਿਚੁਏਟਡ ਇਨ ਅ ਗੈਪ ਬਿਟਵੀਨ ਅ ਡਰੱਗ ਸਟੋਰ ਐਂਡ ਅ ਰੇਡੀਓ ਰਿਪੇਅਰ ਸ਼ਾਪ। ਤਾਂ ਇਸ ਦੇ ਇੱਕ ਪਾਸੇ ਤਾਂ ਦੇਖੋ ਡਰੱਗ ਸਟੋਰ ਸੀਗਾ, ਦਵਾਈਆਂ ਦੀ ਦੁਕਾਨ ਸੀ, ਡਰੱਗ ਸਟੋਰ। ਦੂਸਰੇ ਪਾਸੇ ਰੇਡੀਓ ਰਿਪੇਅਰ ਸ਼ਾਪ ਸੀ। ਪੁਰਾਣੇ ਸਮੇਂ ਦੇ ਵਿੱਚ ਰੇਡੀਓ ਬਹੁਤ ਜ਼ਿਆਦਾ ਚੱਲਦੇ ਸੀ, ਤਾਂ ਰੇਡੀਓ ਦੀ ਰਿਪੇਅਰ ਸ਼ਾਪਸ ਹੁੰਦੀਆਂ ਸੀ। ਤਾਂ ਇਹਨਾਂ ਦੋਨਾਂ ਸ਼ਾਪਸ ਦੇ ਵਿਚਕਾਰ ਜਿਹੜੀ ਜਗ੍ਹਾ, ਜੋ ਖਾਲੀ ਜਗ੍ਹਾ ਸੀ, ਗੈਪ ਸੀ, ਉਸ ਦੇ ਵਿੱਚ ਇਹ ਵਾਲੀ ਸ਼ਾਪ ਸਥਿਤ ਸੀ। ਇਹਦਾ ਮਤਲਬ ਇੱਥੇ ਦਾ ਮਾਡਰਨ ਫਰੇਮ ਵਰਕਸ ਤੋਂ ਹੈ। ਸੈਕਿੰਡ ਕੁਐਸਚਨ ਹੈ ਜੀ ਕਿ ਹੂ ਵਾਜ਼ ਦੀ ਓਨਰ ਆਫ ਦਾ ਮਾਡਰਨ ਫਰੇਮ ਵਰਕਸ। ਤਾਂ ਹੂ ਪਹਿਲਾ ਵਰਡ ਹੈ। ਹੂ ਦਾ ਮਤਲਬ ਇੱਥੇ ਪੁੱਛਿਆ ਗਿਆ ਹੈ ਕਿ ਕੌਣ। ਕਿਸੇ ਪਰਸਨ ਬਾਰੇ ਹਮੇਸ਼ਾ ਹੂ ਵਰਤਿਆ ਜਾਂਦਾ ਹੈ। ਤਾਂ ਕਿਸੇ ਪਰਸਨ ਬਾਰੇ ਪੁੱਛਿਆ ਗਿਆ ਹੈ ਕਿ ਦਾ ਮਾਡਰਨ ਫਰੇਮ ਵਰਕਸ ਦਾ ਓਨਰ ਕੌਣ ਸੀ। ਨਾ, ਓਨਰ ਦਾ ਮਤਲਬ ਹੁੰਦਾ ਹੈ ਜੀ ਮਾਲਿਕ, ਕਿ ਉਸ ਦਾ ਮਾਲਿਕ ਕੌਣ ਸੀ, ਇਸ ਸ਼ਾਪ ਦਾ ਮਾਲਕ ਕੌਣ ਸੀ। ਤਾਂ ਅਸੀਂ ਇਹ ਸਾਰਾ ਚੈਪਟਰ ਪੜ੍ਹਿਆ ਤੇ ਉਸ ਦੇ ਵਿੱਚ ਪਹਿਲੇ ਪੈਰੇ ਦੇ ਵਿੱਚ ਹੀ, ਚੈਪਟਰ ਦੇ ਸ਼ੁਰੂਆਤੀ ਪੈਰੇ ਦੇ ਵਿੱਚ ਹੀ ਆ ਜਾਂਦਾ ਹੈ ਕਿ ਦਾ ਮਾਡਰਨ ਫਰੇਮ ਵਰਕਸ ਦਾ ਓਨਰ ਦੱਤਾ ਹੈ। ਤਾਂ ਦੱਤਾ ਵਾਜ਼ ਦੀ ਓਨਰ ਆਫ ਦਾ ਮਾਡਰਨ ਫਰੇਮ ਵਰਕਸ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਪੇਪਰ ਦੇ ਵਿੱਚ ਆਉਣ ਵਾਲਾ ਕੁਐਸਚਨ ਹੈ। ਤਾਂ ਇਹਨੂੰ ਤੁਸੀਂ ਧਿਆਨ ਨਾਲ ਆਨਸਰ ਇਹਦਾ ਯਾਦ ਕਰਨਾ ਹੈ। ਦੱਤਾ ਦੇ ਸਪੈਲਿੰਗ ਯਾਦ ਕਰ ਲੈਣੇ ਆ, ਬੜੇ ਸਿੰਪਲ ਜਿਹੇ ਨੇ ਜੀ ਕਿ ਦੱਤਾ ਇਸ ਮਾਡਰਨ ਫਰੇਮਵਰਕ ਦਾ ਓਨਰ ਹੈ, ਇਸ ਦਾ ਮਾਲਕ ਹੈ। ਥਰਡ ਕੁਐਸਚਨ ਵਾਲਾ ਨੇ ਆ ਜੀ ਕਿ ਵਟ ਵਰ ਦੀ ਵਾਲਸ ਆਫ ਦਿਸ ਸ਼ਾਪ ਕਵਰਡ ਵਿਦ। ਚੈਪਟਰ ਦੇ ਵਿੱਚ ਸਾਨੇ ਦੇਖਿਆ ਹੈ ਕਿ ਇਸ ਸ਼ਾਪ ਦੇ ਬਾਰੇ ਕਾਫੀ ਕੁਝ ਦੱਸਿਆ ਗਿਆ, ਕਿਉਂਕਿ ਸ਼ਾਪ ਲੱਕੜ ਦੀ ਬਣੀ ਹੋਈ ਹੈ ਤੇ ਲੱਕੜ ਦੀਆਂ ਹੀ ਦੀਵਾਰਾਂ ਨੇ। ਤਾਂ ਲੱਕੜ ਦੀਆਂ ਦੀਵਾਰਾਂ ਦੇ ਉੱਪਰ ਤਸਵੀਰਾਂ ਹੀ ਤਸਵੀਰਾਂ ਟੰਗੀਆਂ ਹੋਈਆਂ ਨੇ, ਕਿਉਂਕਿ ਦੱਤਾ ਦਾ ਕੰਮ ਕੀ ਹੈ, ਦੱਤਾ ਫੋਟੋ ਫਰੇਮ ਬਣਾਉਂਦਾ ਹੈ। ਤਾਂ ਇਸ ਨੇ ਆਪਣੀਆਂ ਪੂਰੀ ਦੁਕਾਨ ਦੀਆਂ ਦੀਵਾਰਾਂ ਪਿਕਚਰਸ ਦੇ ਨਾਲ ਭਰ ਰੱਖੀਆਂ ਨੇ। ਕੋਈ ਵੀ 1 ਇੰਚ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਸਾਨੂੰ ਪਿਕਚਰ ਨਜ਼ਰ ਨਹੀਂ ਆਉਂਦੀ। ਤਾਂ ਕੁਐਸਚਨ ਉਹਦੇ ਬਾਰੇ ਹੀ ਹੈ ਕਿ ਵਟ ਵਰ ਦੀ ਵਾਲਸ, ਤਾਂ ਦੀਵਾਰਾਂ ਜਿਹੜੀਆਂ ਸ਼ਾਪ ਦੀਆਂ ਨੇ ਉਹ ਕਿਸ ਚੀਜ਼ਾਂ ਦੇ ਨਾਲ ਕਵਰਡ ਨੇ, ਭਰੀਆਂ ਪਈਆਂ ਨੇ। ਕਵਰਡ ਦਾ ਮਤਲਬ ਢਕੀਆਂ ਹੋਈਆਂ ਨੇ। ਵਟ ਦਾ ਮਤਲਬ ਇੱਥੇ ਕਿਸੇ ਚੀਜ਼ ਤੋਂ ਪੁੱਛਿਆ ਗਿਆ, ਕਿਹੜੀਆਂ ਚੀਜ਼ਾਂ ਦੁਆਰਾ ਢਕੀਆਂ ਹੋਈਆਂ ਨੇ। ਤਾਂ ਦੀ ਵਾਲਸ ਆਫ ਦੀ ਸ਼ਾਪ ਵਰ ਕਵਰਡ ਵਿਦ ਦਾ ਪਿਕਚਰਸ ਆਫ ਗੋਡਸ,
सेंट्स, हॉकी प्लेयर्स, चिल्ड्रन, नैशनल लीडर्स, वैडिंग कपल्स एंड मैनी अदर थिंग्स। ਤਾਂ ਅਸੀਂ ਪੜ੍ਹਿਆ ਇਸ ਸ਼ੌਪ ਦੀਆਂ ਜਿਹੜੀਆਂ ਵਾਲਸ ਨੇ, ਕੰਧਾਂ ਨੇ, ਉਹ ਕਵਰਡ ਨੇ, ਢੱਕੀਆਂ ਹੋਈਆਂ ਨੇ ਕਿਹਨਾਂ ਨਾਲ? ਪਿਕਚਰਸ ਨਾਲ, ਤਸਵੀਰਾਂ ਨਾਲ ਢੱਕੀਆਂ ਹੋਈਆਂ ਨੇ। ਤੇ ਉਹ ਤਸਵੀਰਾਂ ਕਿਹਦੀਆਂ ਕਿਹਦੀਆਂ ਜੀ? ਦੇਖੋ ਗੋਡਸ ਦਾ ਮਤਲਬ ਇੱਥੇ ਦੇਵੀ ਦੇਵਤੇ ਤੋਂ ਹੋ ਗਿਆ ਕਿਉਂਕਿ ਜੀ ਛੋਟੀ ਹੈ। ਜੇਕਰ ਦੇਖੋ ਇਹ ਧਿਆਨ ਰੱਖਣਾ ਬੇਟਾ ਕਿ ਜੇਕਰ ਅਸੀਂ ਜੀ ਵੱਡੀ ਪਾਉਂਦੇ ਹਾਂ ਤਾਂ ਇਸ ਦਾ ਮਤਲਬ ਹੁੰਦਾ ਹੈ ਪਰਮਾਤਮਾ। ਲੇਕਿਨ ਜੇਕਰ ਅਸੀਂ ਗੋਡ ਪਾ ਦਈਏ ਜਾਂ ਗੋਡਸ ਪਾ ਦਈਏ ਤਾਂ ਇਹਦਾ ਮਤਲਬ ਦੇਵੀ ਦੇਵਤੇ ਹੋ ਗਏ। ਦੇਵੀ ਦੇਵਤੇ, ਤਾਂ ਇਹ ਧਿਆਨ ਰੱਖਣਾ। ਤਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨਾਲ ਇਹ ਦੀਵਾਰ ਢਕੀ ਹੋਈ ਹੈ। ਸੇਂਟਸ ਵੀ ਨੇ ਜੀ, ਸੰਤ ਵੀ ਨੇ, ਹਾਕੀ ਪਲੇਅਰਸ ਨੇ, ਹਾਕੀ ਦੇ ਪਲੇਅਰਸ ਜਿਹੜੇ ਸਾਡੇ ਹਾਕੀ ਟੀਮ ਦੇ ਪਲੇਅਰਸ ਨੇ ਉਹਨਾਂ ਦੀਆਂ ਤਸਵੀਰਾਂ ਵੀ ਨੇ, ਬੱਚਿਆਂ ਦੀਆਂ ਤਸਵੀਰਾਂ ਨੇ, ਨੈਸ਼ਨਲ ਲੀਡਰਸ ਸਾਡੇ ਰਾਸ਼ਟਰੀ ਨੇਤਾਵਾਂ ਦੀਆਂ ਤਸਵੀਰਾਂ ਵੀ ਉੱਥੇ ਟੰਗੀਆਂ ਹੋਈਆਂ ਨੇ, ਵੈਡਿੰਗ ਕਪਲਸ ਵਿਆਹੇ ਹੋਏ ਜੋੜੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀਆਂ ਤਸਵੀਰਾਂ ਜਿਨ੍ਹਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਮੋਨਾਲੀਸਾ ਦੇ ਚੀਪ ਪ੍ਰਿੰਟਸ ਵੀ ਨੇ ਅਤੇ ਇੱਕ ਜਾਪਾਨ ਦੇ ਵਿੱਚ ਵੋਲਕੈਨੋ ਹੈ ਫਿਊਜ਼ੀਆਮਾ, ਉਸ ਦੀਆਂ ਤਸਵੀਰਾਂ ਵੀ ਉੱਥੇ ਸ਼ਾਮਿਲ ਨੇ। ਫੋਰਥ ਕੁਐਸਚਨ ਹੈ ਕਿ ਵਾਟ ਡਿਡ ਦਾ ਕਸਟਮਰ ਵਾਂਟ। ਉਸ ਤੋਂ ਬਾਅਦ ਇੱਕ ਕਸਟਮਰ ਆਉਂਦਾ ਹੈ ਜੀ ਦੱਤਾ ਕੋਲ, ਜੋ ਕਿ ਬਾਹਰੋਂ ਹੀ ਉਸ ਨੂੰ ਖੜ ਕੇ ਫੁੱਟਪਾਥ 'ਤੇ ਆਵਾਜ਼ ਦਿੰਦਾ ਹੈ ਕਿ ਮੈਂ ਇੱਕ ਫੋਟੋ ਫਰੇਮ ਕਰਵਾਉਣੀ ਹੈ। ਤਾਂ ਉਸ ਦੇ ਬਾਰੇ ਕੁਐਸਚਨ ਹੈ ਕਿ ਕਸਟਮਰ ਕੀ ਚਾਹੁੰਦਾ ਸੀ। ਵਾਟ ਡਿਡ ਦਾ ਕਸਟਮਰ ਵਾਂਟ। ਤਾਂ ਸਿੰਪਲ ਆਨਸਰ ਹੈ ਜੀ ਕਿ ਹੀ ਵਾਂਟਿਡ ਟੂ ਗੈਟ ਅ ਪਿਕਚਰ ਆਫ ਐਨ ਓਲਡ ਮੈਨ ਫਰੇਮਡ। ਉਹ ਚਾਹੁੰਦਾ ਸੀ ਕਿ ਇੱਕ ਪਿਕਚਰ ਨੂੰ ਫਰੇਮ ਕਰਾਉਣਾ ਜੋ ਕਿ ਇੱਕ ਓਲਡ ਮੈਨ ਦੀ ਹੈ, ਬਜ਼ੁਰਗ ਆਦਮੀ ਦੀ ਹੈ। ਨਾ ਇਸ ਚੈਪਟਰ ਦੇ ਵਿੱਚ ਹੁਣ ਉਹ ਬਜ਼ੁਰਗ ਆਦਮੀ ਕੌਣ ਹੈ ਇਸ ਦੇ ਬਾਰੇ ਦੱਤਾ ਅੰਦਾਜ਼ਾ ਲਗਾਉਂਦਾ ਹੈ ਕਿ ਹੋ ਸਕਦਾ ਹੈ ਕੋਈ ਉਹ ਸੋਸ਼ਲ ਵਰਕਰ ਹੋਵੇ, ਫਿਲੈਂਥਰੋਪਿਸਟ ਹੋਵੇ, ਜਾਂ ਹੋ ਸਕਦਾ ਉਸਦਾ ਗ੍ਰੈਂਡਫਾਦਰ ਹੋਵੇ। ਇਹ ਅੰਦਾਜ਼ਾ ਲਗਾਉਂਦਾ ਦੱਤਾ, ਲੇਕਿਨ ਅਸੀਂ ਸਿੰਪਲ ਇੱਥੇ ਇਹੀ ਲਿਖਾਂਗੇ ਕਿ ਉਹ ਇੱਕ ਬਜ਼ੁਰਗ ਆਦਮੀ ਦੀ ਪਿਕਚਰ ਨੂੰ ਫਰੇਮ ਕਰਾਉਣਾ ਚਾਹੁੰਦਾ ਸੀ। ਫਿਫਥ ਕੁਐਸਚਨ ਹੈ ਜੀ ਕਿ ਵਟ ਟਾਈਪਸ ਆਫ ਫਰੇਮਸ ਡਿਡ ਦੱਤਾ ਸ਼ੋ ਟੂ ਦਾ ਕਸਟਮਰ। ਹੁਣ ਕਸਟਮਰ ਦੁਕਾਨ 'ਤੇ ਆ ਜਾਂਦਾ ਹੈ ਅੰਦਰ ਅਤੇ ਉਹ ਕਹਿੰਦਾ ਜੀ ਕਿ ਮੈਂ ਇਹ ਪਿਕਚਰ ਫਰੇਮ ਕਰਾਉਣੀ ਹੈ। ਤਾਂ ਦੱਤਾ ਫਿਰ ਉਸ ਨੂੰ ਕਹਿੰਦਾ ਕਿ ਕਿਸ ਤਰ੍ਹਾਂ ਦੇ ਫਰੇਮ ਤੂੰ ਚਾਹੁੰਦਾ ਹੈ। ਤਾਂ ਫਿਰ ਉਹ ਤਰ੍ਹਾਂ ਦੇ ਫਰੇਮਸ ਦਿਖਾਉਂਦਾ। ਉਹਦੇ ਬਾਰੇ ਕੁਐਸਚਨ ਹੈ ਕਿ ਵਟ ਟਾਈਪਸ ਆਫ ਫਰੇਮਸ, ਫਰੇਮ ਦੀਆਂ ਕਿਹੜੀਆਂ ਕਿਸਮਾਂ, ਟਾਈਪਸ ਦਾ ਮਤਲਬ ਕਿਹੜੀਆਂ ਕਿਸਮਾਂ ਦੱਤਾ ਸ਼ੋ ਕਰਦਾ ਹੈ, ਦਿਖਾਉਂਦਾ ਹੈ ਟੂ ਦਾ ਕਸਟਮਰ, ਉਸ ਗਾਹਕ ਨੂੰ। ਤਾਂ ਦੱਤਾ ਕਈ ਤਰ੍ਹਾਂ ਦੇ ਫਰੇਮਸ ਦਿਖਾਉਂਦਾ ਹੈ ਜੀ। ਤਾਂ ਆਂਸਰ ਅਸੀਂ ਲਿਖਾਂਗੇ ਕਿ ਦੱਤਾ ਸ਼ੋਡ ਹਿਮ ਡਿਫਰੈਂਟ ਟਾਈਪਸ ਆਫ ਫਰੇਮਸ, ਅਲੱਗ-ਅਲੱਗ ਟਾਈਪਸ ਆਫ ਫਰੇਮਸ ਦਿਖਾਉਂਦਾ ਹੈ ਜੀ, ਕਿਸਮਾਂ ਦਿਖਾਉਂਦਾ ਹੈ ਫਰੇਮ ਦੀਆਂ। ਉਹ ਫਰੇਮ ਪਲੇਨ ਵੀ ਹੁੰਦੇ ਨੇ, ਬਿਲਕੁਲ ਪਲੇਨ ਹੁੰਦੇ ਨੇ ਜਿਨ੍ਹਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਡੈਕੋਰੇਸ਼ਨ ਨਹੀਂ ਕੀਤੀ ਹੁੰਦੀ। ਵੁਡਨ ਵੀ ਹੁੰਦੇ ਨੇ, ਲੱਕੜ ਦੇ ਫਰੇਮ ਵੀ ਹੁੰਦੇ ਨੇ, ਲੈਕਰ ਵੀ ਹੁੰਦੇ ਨੇ। ਤਾਂ ਲੈਕਰ ਇੱਕ ਪਰਤ ਹੁੰਦੀ ਹੈ ਜੋ ਫਰੇਮ ਦੇ ਉੱਪਰ ਚੜ੍ਹਾਤੀ ਜਾਂਦੀ ਹੈ, ਕਿਸੇ ਲਿਕੁਇਡ ਦੀ ਪਰਤ ਹੁੰਦੀ ਹੈ, ਤਾਂ ਉਸ ਦੇ ਨਾਲ ਫਰੇਮ ਬਹੁਤ ਜ਼ਿਆਦਾ ਸ਼ਾਈਨ ਕਰਦਾ ਹੈ। ਤਾਂ ਉਸ ਤਰ੍ਹਾਂ ਦੇ ਫਰੇਮ ਵੀ ਹੁੰਦੇ ਨੇ, ਗੋਲਡ ਦੇ ਵੀ ਹੁੰਦੇ ਨੇ, ਸੋਨੇ ਰੰਗੀ ਪਰਤ ਵਾਲੇ ਵੀ ਫਰੇਮਸ ਹੁੰਦੇ ਨੇ, ਪਲਾਸਟਿਕ ਦੇ ਵੀ ਹੁੰਦੇ ਨੇ, ਐਂਡ ਜਸਟ ਇਨੇਮਲ ਪੇਂਟਿਡ। ਤਾਂ ਜਸਟ ਇਨੇਮਲ ਪੇਂਟਿਡ ਦਾ ਮਤਲਬ ਇਨੇਮਲ ਇੱਕ ਤਰ੍ਹਾਂ ਦਾ ਪੇਂਟ ਹੁੰਦਾ ਹੈ ਜੋ ਕਿ ਕਾਫੀ ਸ਼ਾਈਨ ਕਰਦਾ ਹੈ। ਤਾਂ ਉਸ ਤਰ੍ਹਾਂ ਦੇ ਵੀ ਫਰੇਮ ਹੁੰਦੇ ਨੇ। ਤਾਂ ਇਹ ਸਾਰੇ ਫਰੇਮ ਦੱਤਾ ਆਪਣੇ ਕਸਟਮਰ ਨੂੰ ਦਿਖਾਉਂਦਾ ਹੈ, ਲੇਕਿਨ ਉਹ ਇਸ ਟਾਈਪ ਦੇ ਫਰੇਮ ਦੀ ਅੱਗੇ ਹੋਰ ਕਿਸਮਾਂ ਵੀ ਦਿਖਾਉਂਦਾ ਹੈ, ਜਿਵੇਂ ਹੀ ਸ਼ੋਡ ਪਲੇਨ, ਡੈਕੋਰੇਟਿਵ, ਫਲੋਰਲ, ਜਿਓਮੈਟ੍ਰੀਕਲ, ਥਿਨ ਐਂਡ ਹੈਫਟੀ ਫਰੇਮਸ ਟੂ ਦਾ ਕਸਟਮਰ। ਤਾਂ ਉਹ ਪਲੇਨ ਫਰੇਮ ਤਾਂ ਦਿਖਾਉਂਦਾ ਹੀ ਦਿਖਾਉਂਦਾ ਹੈ, ਲੇਕਿਨ ਡੈਕੋਰੇਟਿਵ ਵੀ ਦਿਖਾਉਂਦਾ ਹੈ। ਡੈਕੋਰੇਟਿਵ ਦਾ ਮਤਲਬ ਇੱਥੇ ਸਜਾਵਟੀ ਤੋਂ ਹੈ ਜੀ। ਤਾਂ ਸਜਾਵਟੀ ਫਰੇਮ ਵੀ ਦਿਖਾਉਂਦਾ ਹੈ। ਫਲੋਰਲ ਦਾ ਮਤਲਬ ਫੁੱਲਾਂ ਵਾਲੇ, ਜੋ ਜਿਨ੍ਹਾਂ ਦੇ ਉੱਪਰ ਫੁੱਲ ਬੂਟੀਆਂ ਬਣੇ ਹੁੰਦੇ ਨੇ, ਤਾਂ ਉਸ ਤਰ੍ਹਾਂ ਦੇ ਵੀ ਦਿਖਾਉਂਦਾ ਹੈ। ਜਿਓਮੈਟ੍ਰੀਕਲ, ਜਿਵੇਂ ਜਿਓਮੈਟਰੀ ਦੀ ਸ਼ੇਪ ਹੁੰਦੀ ਹੈ, ਤਿਕੋਣੇ ਫਰੇਮ, ਚੌਰਸ ਫਰੇਮ, ਗੋਲ ਫਰੇਮ, ਇੱਦਾਂ ਦੇ ਵੀ ਦਿਖਾਉਂਦਾ ਹੈ। ਪਤਲੇ ਫਰੇਮ ਵੀ ਦਿਖਾਉਂਦਾ ਹੈ ਅਤੇ ਹੈਫਟੀ ਫਰੇਮ ਵੀ ਦਿਖਾਉਂਦਾ ਹੈ। ਤਾਂ ਹੈਫਟੀ ਸ਼ਬਦ ਤੁਹਾਡੀ ਗਲੋਸਰੀ 'ਚ ਵੀ ਆਇਆ ਸੀ, ਜਿਸ ਦਾ ਮਤਲਬ ਹੁੰਦਾ ਹੈ ਬਿਗ, ਬਲਕੀ, ਵੱਡੇ ਫਰੇਮ, ਹੈ ਨਾ, ਮਜ਼ਬੂਤ ਫਰੇਮ। ਤਾਂ ਉਹ ਵੀ ਦਿਖਾਉਂਦਾ ਹੈ ਉਹ। ਤਾਂ ਇਹ ਸਾਰੇ ਫਰੇਮਸ ਦਿਖਾਉਂਦਾ ਹੈ। ਸਿਕਸਥ ਕੁਐਸਚਨ ਹੈ ਜੀ ਕਿ ਵਟ ਡਿਡ ਦੱਤਾ ਡੂ ਟੂ ਹੈਲਪ ਦਾ ਕਸਟਮਰ ਮੇਕ ਹਿਸ ਚੋਇਸ। ਦੱਤਾ ਕੀ ਕਰਦਾ ਹੈ? ਵਟ ਡਿਡ ਦੱਤਾ ਡੂ, ਦੱਤਾ ਕੀ ਕਰਦਾ ਹੈ ਕਿ ਉਸ ਨਾਲ ਕਸਟਮਰ ਦੀ ਹੈਲਪ ਹੋ ਜਾਂਦੀ ਹੈ, ਕਸਟਮਰ ਦੀ ਮਦਦ ਕਰਨ ਲਈ ਕੀ ਕਰਦਾ ਹੈ ਤਾਂ ਕਿ ਉਹ ਚੁਆਇਸ ਕਰ ਸਕੇ। ਕਾਹਦੀ ਚੁਆਇਸ ਕਰ ਸਕੇ? ਫਰੇਮ ਦੀ। ਤਾਂ ਜਦੋਂ ਬਹੁਤ ਸਾਰੇ ਫਰੇਮ ਦੱਤਾ ਉਸ ਕਸਟਮਰ ਨੂੰ ਦਿਖਾਉਂਦਾ ਹੈ ਤਾਂ ਕਸਟਮਰ ਬਹੁਤ ਜ਼ਿਆਦਾ ਉਲਝ ਜਾਂਦਾ ਹੈ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਹੁਣ ਕਿਹੜਾ ਫਰੇਮ ਸਿਲੈਕਟ ਕਰਾਂ, ਬਿਕੋਜ਼ ਉਸ ਫਰੇਮ ਦੇ ਵਿੱਚ ਜਿਹੜੀ ਉਹਦੀ ਫੋਟੋ ਹੁੰਦੀ ਹੈ ਓਲਡ ਮੈਨ ਦੀ, ਉਸ ਦੇ ਨਾਲ ਉਹ ਬੜਾ ਜੁੜਿਆ ਹੋਇਆ ਹੁੰਦਾ ਹੈ। ਉਹ ਕਹਿੰਦਾ ਹੈ ਕਿ ਮੈਨੂੰ ਪੈਸੇ ਦੀ ਕੋਈ ਚਿੰਤਾ ਨਹੀਂ, ਜਿੰਨਾ ਮਰਜ਼ੀ ਮਹਿੰਗਾ ਫਰੇਮ ਹੋਵੇ, ਲੇਕਿਨ ਇਹ ਵਧੀਆ ਬਣਨਾ ਚਾਹੀਦਾ ਹੈ ਮੇਰੇ ਲਈ। ਤਾਂ ਇਹ ਗੋਡ ਦੀ ਤਰ੍ਹਾਂ ਹੈ, ਇਹ ਜਿਹੜਾ ਬਜ਼ੁਰਗ ਹੈ ਪਿਕਚਰ ਦੇ ਵਿੱਚ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਤਾਂ ਉਹਨੂੰ ਇਹ ਹਮੇਸ਼ਾ ਮਨ 'ਚ ਡਰ ਲੱਗਿਆ ਰਹਿੰਦਾ ਕਿਤੇ ਮੈਂ ਕੋਈ ਸਸਤਾ ਜਿਹਾ ਫਰੇਮ ਨਾ ਲੈ ਲਾਂ ਜਿਸ ਨਾਲ ਕਿ ਮੇਰੇ ਘਰ 'ਚ ਜਦੋਂ ਮੈਂ ਬਜ਼ੁਰਗ ਦੀ ਫੋਟੋ ਲਾਵਾਂ ਉਹ ਚੰਗੀ ਨਾ ਲੱਗੇ। ਤਾਂ ਇਸ ਤਰ੍ਹਾਂ ਉਹ ਆਪਣੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਜੇ ਰੱਖਦਾ, ਜਿਸ ਕਰਕੇ ਉਹ ਉਲਝ ਜਾਂਦਾ। ਤਾਂ ਫਿਰ ਦੱਤਾ ਕੀ ਕਰਦਾ? ਤਾਂ ਆਨਸਰ ਹੈ ਜੀ ਦੱਤਾ ਹੈਲਪ ਦੀ ਕਸਟਮਰ ਟੂ ਸਿਲੈਕਟ ਅ ਫਰੇਮ ਵਿਦ ਗੋਲਡ ਲੀਵਸ।
ਤਾਂ ਦੱਤਾ ਫਿਰ ਕਸਟਮਰ ਦੀ ਹੈਲਪ ਕਰਦਾ, ਉਸ ਗਾਹਕ ਦੀ ਹੈਲਪ ਕਰਦਾ ਤਾਂ ਕਿ ਉਹ ਇੱਕ ਫਰੇਮ ਸਿਲੈਕਟ ਕਰ ਲੈਂਦਾ ਜਿਹੜਾ ਕਿ 골ਡ ਲੀਵਸ ਦਾ ਬਣਿਆ ਹੁੰਦਾ ਹੈ। 골ਡ ਲੀਵਸ, ਨਾ ਲੀਵਸ ਦਾ ਮਤਲਬ ਇੱਥੇ ਹੁੰਦਾ ਜੀ ਪੱਤੇ। ਤਾਂ ਉਸ ਫਰੇਮ ਦੇ ਵਿੱਚ ਨਾ 골ਡਨ ਕਲਰ ਦੇ ਲੀਵਸ ਹੁੰਦੇ ਨੇ, ਕ੍ਰੀਪਰਸ ਵੀ ਹੁੰਦੀਆਂ ਨੇ, ਵੇਲ ਵੀ ਬਣੀ ਹੁੰਦੀ ਹੈ। ਮੈਂ ਤੁਹਾਨੂੰ ਉਸ ਦੀ ਫੋਟੋ ਵੀ ਦਿਖਾਈ ਸੀਗੀ ਐਕਸਪਲੇਨੇਸ਼ਨ ਵੇਲੇ ਪਹਿਲੇ ਪਾਰਟ ਵਾਲੇ ਵੀਡੀਓ 'ਚ। ਅਤੇ ਦੱਤਾ ਇਹ ਵੀ ਦੱਸਦਾ ਹੈ ਕਿ ਇਹ ਜਰਮਨ ਮੇਡ ਹੈ, ਮਤਲਬ ਇਹ ਬਾਹਰਲਾ ਹੈ, ਜਰਮਨ ਦਾ ਬਣਿਆ ਹੋਇਆ ਐਂਡ ਇੰਪੋਰਟਡ, ਅਤੇ ਬਾਹਰੋਂ ਆਇਆ ਇਹ, ਮਤਲਬ ਦੇਸੀ ਨਹੀਂ ਹੈ, ਬਾਹਰੋਂ ਆਇਆ। ਤਾਂ ਇਸ ਤਰੀਕੇ ਦੇ ਨਾਲ ਦੱਤਾ ਉਸ ਫਰੇਮ ਦੀ ਸਿਲੈਕਸ਼ਨ ਕਰਾਉਂਦਾ ਹੈ ਉਸ ਕਸਟਮਰ ਨੂੰ। ਨੈਕਸਟ ਕੁਐਸਚਨ ਹੈ ਜੀ 7, ਵਟ ਪ੍ਰਾਈਸ ਡਿਡ ਦੱਤਾ ਕੋਟ ਫॉर ਦਾ ਫਰੇਮ ਸਿਲੈਕਟਡ ਬਾਈ ਹਿਸ ਕਸਟਮਰ। ਚਲੋ ਹੁਣ ਉਹ ਕਸਟਮਰ ਨੂੰ ਉਹ ਫਰੇਮ ਪਸੰਦ ਆ ਜਾਂਦਾ ਹੈ, 골ਡ ਫਰੇਮ। ਤੇ ਫਿਰ ਕੁਐਸਚਨ ਇਹ ਹੈ ਜੀ, ਬੜਾ ਇੰਪੋਰਟੈਂਟ ਕੁਐਸਚਨ ਹੈ ਇਹ ਪੇਪਰ 'ਚ ਆਉਣ ਵਾਲਾ, ਕਿ ਦੱਤਾ ਕੀ ਕੀਮਤ ਮੰਗਦਾ ਹੈ। ਵਟ ਪ੍ਰਾਈਸ, ਪ੍ਰਾਈਸ ਦਾ ਮਤਲਬ ਕੀਮਤ, ਕੋਡ ਦਾ ਮਤਲਬ ਮੰਗਦਾ ਹੈ ਫॉर ਦਾ ਫਰੇਮ, ਫਰੇਮ ਦੀ ਜਿਹੜਾ ਕਿ ਕਸਟਮਰ ਨੇ ਸਿਲੈਕਟ ਕੀਤਾ ਸੀ। ਹਾਲਾਂਕਿ ਉਹ ਸਿਲੈਕਟ ਕਰਵਾਇਆ ਦੱਤਾ ਨਹੀਂ ਸੀ, ਲੇਕਿਨ ਜਦੋਂ ਉਸ ਨੂੰ ਪਸੰਦ ਆ ਜਾਂਦਾ ਫਰੇਮ ਤਾਂ ਉਸ ਦੀ ਕੀ ਕੀਮਤ ਮੰਗਦਾ ਦੱਤਾ। ਤਾਂ ਦੱਤਾ ਕੋਟਿਡ 17 ਰੁਪੀਜ਼ ਫॉर ਦਾ ਫਰੇਮ। ਤਾਂ ਦੱਤਾ ਕੋਟ ਕਰਦਾ ਜੀ, ਦੱਤਾ ਮੰਗਦਾ ਹੈ 17 ਰੁਪੀਜ਼, 17 ਰੁਪਏ ਮੰਗਦਾ ਹੈ ਜੀ। ਕਾਦੇ ਲਈ? ਉਸ ਫਰੇਮ ਦੇ, ਉਸ 골ਡ ਫਰੇਮ ਦੇ। ਸਾਡੇ ਚੈਪਟਰ ਦਾ ਵੀ ਨਾਮ ਦਾ 골ਡ ਫਰੇਮ ਹੈ। ਤਾਂ ਉਸ 골ਡ ਫਰੇਮ ਦੇ ਉਹ 17 ਰੁਪਏ ਮੰਗਦਾ। ਕਾਫੀ ਇੰਪੋਰਟੈਂਟ ਕੁਐਸਚਨ ਹੈ ਬੱਚਿਓ, ਮੈਂ ਬਾਰ-ਬਾਰ ਕਹਿੰਦਾ ਇਸ ਨੂੰ ਧਿਆਨ 'ਚ ਰੱਖਣਾ ਹੈ। 17 ਰੁਪਏ, ਕਈ ਵਾਰੀ ਇਹ ਮਲਟੀਪਲ ਚੋਇਸ ਕੁਐਸਚਨ ਦੇ ਵਿੱਚ ਆ ਜਾਂਦਾ ਹੈ, ਇਸ ਨੂੰ ਧਿਆਨ 'ਚ ਰੱਖਣਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। 8th ਕੁਐਸਚਨ ਹੈ ਜੀ ਕਿ ਵਟ ਵਾਜ਼ ਦੱਤਾ's ਐਕਸਪੀਰੀਅੰਸ ਅਬਾਊਟ ਹਿਸ ਕਸਟਮਰਸ। ਕੁਐਸਚਨ ਹੈ ਜੀ ਕਿ ਦੱਤੇ ਦਾ ਕੀ ਤਜਰਬਾ ਸੀ। ਨਾ ਉਹ ਦੱਤੇ ਦੇ ਪਿੱਛੇ ਦੇਖੋ ਬੇਟਾ ਐਪੋਸਟ੍ਰਫੀ ਐਸ ਲੱਗਿਆ, ਤਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਜਦੋਂ ਵੀ ਐਪੋਸਟ੍ਰਫੀ ਐਸ ਲੱਗਿਆ ਹੁੰਦਾ ਤਾਂ ਇਹਦਾ ਮਤਲਬ ਹੁੰਦਾ ਹੈ ਦਾ, ਦੇ ਜਾਂ ਦੀ। ਤਾਂ ਅਕੋਰਡਿੰਗ ਟੂ ਦਾ ਸਬਜੈਕਟ ਅਸੀਂ ਇਹਨਾਂ ਦੇ ਵਿੱਚੋਂ ਕੋਈ ਇੱਕ ਅੱਖਰ ਚੂਜ਼ ਕਰਦੇ ਹਾਂ। ਤਾਂ ਇੱਥੇ ਦੱਤਾ ਦਾ ਤਜਰਬਾ ਕੀ ਸੀ, ਵਟ ਵਾਜ਼ ਦੱਤਾ's ਐਕਸਪੀਰੀਅੰਸ, ਦੱਤਾ ਦਾ ਤਜਰਬਾ ਕੀ ਸੀ ਆਪਣੇ ਗਾਹਕਾਂ ਬਾਰੇ, ਅਬਾਊਟ ਹਿਸ ਕਸਟਮਰਸ। ਜਦੋਂ ਕਸਟਮਰ ਉਸ ਫਰੇਮ ਨੂੰ ਸਿਲੈਕਟ ਕਰ ਲੈਂਦਾ ਅਤੇ ਫਿਰ ਉਹ ਕਹਿ ਦਿੰਦਾ ਜੀ ਤੁਸੀਂ ਕਦ ਇਸ ਨੂੰ ਬਣਾ ਦੋਗੇ, ਤਾਂ ਫਿਰ ਦੱਤਾ ਉਹਨੂੰ ਕਹਿੰਦਾ ਕਿ ਵਿਦਿਨ 2 ਵੀਕਸ ਮੈਂ ਤੇਰਾ ਫਰੇਮ ਕਰ ਦੂੰਗਾ ਇਹ ਪਿਕਚਰ। ਲੇਕਿਨ ਦੱਤੇ ਨੂੰ ਪਤਾ ਹੈ ਕਿ ਮੇਰੇ ਕੋਲ ਤਰ੍ਹਾਂ ਦੇ ਕਸਟਮਰਸ ਆਉਂਦੇ। ਤਾਂ ਕੁਐਸਚਨ ਇਹੀ ਹੈ ਕਿ ਦੱਤਾ ਦਾ ਆਪਣੇ ਕਸਟਮਰਸ ਬਾਰੇ, ਆਪਣੇ ਗਾਹਕਾਂ ਬਾਰੇ ਤਜਰਬਾ ਕੀ ਸੀ। ਤਾਂ ਇਹਦਾ ਆਨਸਰ ਆਪਾਂ ਲਿਖਾਂਗੇ ਜੀ ਕਿ ਦੱਤਾ ਹੈਡ ਲਰਨਡ ਦੈਟ ਹਿਸ ਕਸਟਮਰ ਨੈਵਰ ਕੇਮ ਔਨ ਟਾਈਮ। ਦੱਤਾ ਨੂੰ ਇਹ ਪਤਾ ਸੀ, ਇਹ ਸਿੱਖ ਚੁੱਕਿਆ ਸੀ। ਦੱਤਾ ਹੈਡ ਲਰਨਡ, ਲਰਨਡ ਇਹ ਵਰਬ ਦੀਆਂ ਫਾਰਮਸ ਹੁੰਦੀਆਂ। ਦੱਤਾ ਇਹ ਸਿੱਖ ਚੁੱਕਿਆ ਸੀ ਕਿ ਉਸਦੇ ਜਿਹੜੇ ਕਸਟਮਰਸ ਹੈ, ਜਿਹੜੇ ਉਹਦੇ ਗਾਹਕ ਨੇ, ਉਹ ਕਦੇ ਵੀ ਔਨ ਟਾਈਮ ਨਹੀਂ ਆਉਂਦੇ। ਨਾ ਔਨ ਟਾਈਮ ਦਾ ਮਤਲਬ ਸਮੇਂ 'ਤੇ ਕਦੇ ਨਹੀਂ ਆਉਂਦੇ ਉਹ। ਸਮ ਕਸਟਮਰਸ ਕੇਮ ਇਨ ਐਡਵਾਂਸ, ਐਡਵਾਂਸ ਦਾ ਮਤਲਬ ਹੁੰਦਾ ਹੈ ਜਲਦੀ, ਅਤੇ ਕਈ ਕਸਟਮਰਸ ਤਾਂ ਜਲਦੀ ਆ ਜਾਂਦੇ ਨੇ। ਸਮ ਕੇਮ ਲੇਟਰ, ਕਈ ਲੇਟ ਆਉਂਦੇ ਨੇ, ਜਿਹੜਾ ਟਾਈਮ ਦਿੱਤਾ ਉਹਨਾਂ ਨੂੰ ਦਿੰਦਾ ਉਸ ਤੋਂ ਲੇਟ ਆਉਂਦੇ ਨੇ। ਐਂਡ ਸਮ ਡਿਡ ਨਾਟ ਕਮ ਐਟ ਆਲ, ਅਤੇ ਕਈ ਤਾਂ ਆਉਂਦੇ ਹੀ ਨਹੀਂ। ਨਾ ਐਟ ਆਲ ਦਾ ਮਤਲਬ ਹੁੰਦਾ ਬਿਲਕੁਲ ਵੀ, ਤਾਂ ਬਿਲਕੁਲ ਵੀ ਨਹੀਂ ਆਉਂਦੇ ਉਹ, ਬਸ ਪਿਕਚਰ ਦੇ ਕੇ ਚਲੇ ਜਾਂਦੇ ਨੇ, ਉਸ ਤੋਂ ਬਾਅਦ ਉਹ ਆਪ ਹੀ ਭੁੱਲ ਜਾਂਦੇ ਨੇ ਕਿ ਪਿਕਚਰ ਨੂੰ ਫਰੇਮ ਕਰਾਉਣ ਲਈ ਦਿੱਤਾ ਹੋਇਆ, ਤਾਂ ਆਉਂਦੇ ਹੀ ਨਹੀਂ। ਤਾਂ 3 ਤਰ੍ਹਾਂ ਦੇ ਕਸਟਮਰਸ ਨਾਲ ਪਾਲਾ ਪੈਂਦਾ ਜੀ ਦੱਤਾ ਦਾ। ਇੱਕ ਤਾਂ ਉਹ ਕਸਟਮਰ ਜਿਹੜੇ ਸਮੇਂ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਨੇ ਜੀ, ਕਿ ਸਾਡੀ ਤਸਵੀਰ ਬਣ ਗਈ ਜੀ ਦਿਓ। ਕੁਝ ਕਸਟਮਰਸ ਐਸੇ ਨੇ ਜੋ ਲੇਟ ਆਉਂਦੇ ਨੇ, ਅਤੇ ਕੁਝ ਕਸਟਮਰਸ ਉਸ ਦੇ ਸ਼ੌਪ 'ਤੇ ਕਦੇ ਆਉਂਦੇ ਨਹੀਂ, ਤਸਵੀਰ ਦੇ ਕੇ ਭੁੱਲ ਜਾਂਦੇ ਨੇ। 9th ਕੁਐਸਚਨ ਹੈ ਫॉर whom did ਦੱਤਾ ਮੇਕ ਫਰੇਮਸ। ਕਿ ਦੱਤਾ ਕਿਹਨਾਂ ਲਈ, ਫॉर whom ਵੀ ਹਮੇਸ਼ਾ ਪਰਸਨਸ ਦੇ ਲਈ ਬੱਚੇ ਯੂਜ਼ ਹੁੰਦਾ, ਜਿਵੇਂ who ਪਰਸਨ ਲਈ ਯੂਜ਼ ਹੁੰਦਾ ਅਤੇ whom ਵੀ ਪਰਸਨਸ ਲਈ ਯੂਜ਼ ਹੁੰਦਾ। ਤਾਂ ਦੱਤਾ ਕਿਹਨਾਂ ਦੇ ਲਈ, ਫॉर whom ਕਿਹਨਾਂ ਦੇ ਲਈ ਫਰੇਮਸ ਬਣਾਉਂਦਾ ਹੈ।
ਪਿਕਚਰਸ ਦੇ ਫਰੇਮ ਕਿਹਨਾਂ ਲਈ ਬਣਾਉਂਦਾ ਹੈ। ਆਪਾਂ ਇਸ ਤੋਂ ਪਹਿਲਾਂ ਕੁਐਸਚਨ ਕੀਤਾ ਨਾ ਕਿ 3 ਤਰ੍ਹਾਂ ਦੇ ਉਸ ਕੋਲੇ ਕਸਟਮਰਸ ਆਉਂਦੇ ਨੇ, ਉਹਨਾਂ ਤਿੰਨਾਂ ਤਰ੍ਹਾਂ ਦੇ ਕਸਟਮਰਸ ਦੇ ਵਿੱਚੋਂ ਦੱਤਾ ਕਿਸ ਤਰ੍ਹਾਂ ਦੇ ਕਸਟਮਰਸ ਦੇ ਲਈ ਫਰੇਮ ਬਣਾਉਂਦਾ, ਤਾਂ ਕੁਐਸਚਨ ਇਹ ਹੈ। ਤਾਂ ਅਸੀਂ ਆਨਸਰ ਕਰਾਂਗੇ ਜੀ ਕਿ ਦੱਤਾ ਮੇਡ ਫਰੇਮਸ for those customers who came to him and visited him at least twice before he actually executed their orders। ਤਾਂ ਬੱਚਿਓ ਇਹ ਲਾਈਨ ਥੋੜੀ ਜਿਹੀ ਵੱਡੀ ਹੈ, ਇਹਨੂੰ ਧਿਆਨ ਨਾਲ ਸਮਝੋ। ਦੱਤਾ ਮੇਡ ਫਰੇਮਸ, ਦੱਤਾ ਫਰੇਮਸ ਬਣਾਉਂਦਾ ਹੈ for those customers, ਉਹਨਾਂ ਗਾਹਕਾਂ ਦੇ ਲਈ who came to him, ਜਿਹੜੇ ਉਸ ਕੋਲੇ ਆਉਂਦੇ ਨੇ, ਮਤਲਬ ਕਿ ਆਰਡਰ ਦੇਣ ਆਉਂਦੇ ਨੇ, and visited him, ਅਤੇ ਫਿਰ ਉਸ ਨੂੰ ਦੁਬਾਰਾ ਵਿਜ਼ਿਟ ਕਰਦੇ ਨੇ, ਉਸ ਨੂੰ ਮਿਲਣ ਆਉਂਦੇ ਨੇ, at least twice, ਘੱਟੋ ਘੱਟ 2 ਵਾਰੀ, ਘੱਟੋ ਘੱਟ 2 ਵਾਰੀ ਉਹਨਾਂ ਦੇ ਗੇੜੇ ਉਹ ਹੋਰ ਜ਼ਰੂਰ ਮਰਵਾਉਂਦਾ ਹੈ। ਐਟ ਲੀਸਟ ਟਵਾਈਸ, ਟਵਾਈਸ ਦਾ ਮਤਲਬ ਹੁੰਦਾ ਹੈ ਜੀ 2 ਵਾਰੀ, ਤਾਂ 2 ਵਾਰੀ ਉਸ ਕੋਲੇ ਬਾਅਦ ਚੋਂ ਫਿਰ ਆ ਕੇ ਜਾਂਦੇ ਨੇ। ਬਿਫੋਰ ਹੀ ਐਕਚੁਅਲੀ ਐਗਜ਼ੀਕਿਊਟਿਡ ਦੇਅਰ ਆਰਡਰਸ, ਦੇਅਰ ਦਾ ਮਤਲਬ ਇੱਥੇ ਕਿਹਨਾਂ ਨੂੰ ਕਿਹਾ ਗਿਆ, ਕਸਟਮਰਸ ਨੂੰ ਕਿਹਾ ਗਿਆ। ਉਹਨਾਂ ਦੇ ਆਰਡਰਸ ਨੂੰ ਐਗਜ਼ੀਕਿਊਟ ਕਰਨ ਤੋਂ ਪਹਿਲਾਂ, ਐਗਜ਼ੀਕਿਊਟ ਦਾ ਮਤਲਬ ਪੂਰਾ ਕਰਨ ਤੋਂ ਪਹਿਲਾਂ, ਤਾਂ ਉਹਨਾਂ ਕਸਟਮਰਸ ਦੇ ਆਰਡਰਸ ਨੂੰ ਪੂਰਾ ਕਰਨ ਤੋਂ ਪਹਿਲਾਂ ਦੱਤਾ ਉਹਨਾਂ ਦੇ 2 ਵਾਰੀ ਗੇੜੇ ਜ਼ਰੂਰ ਮਰਵਾਉਂਦਾ ਹੈ। ਫਿਰ ਉਸ ਨੂੰ ਇਹ ਪੱਕਾ ਹੋ ਜਾਂਦਾ ਹੈ ਕਿ ਜਿਹੜਾ ਕਸਟਮਰ ਹੈ ਮੇਰੀ ਬਣਾਈ ਹੋਈ ਫਰੇਮ ਕੀਤੀ ਹੋਈ ਤਸਵੀਰ ਜ਼ਰੂਰ ਲਊਗਾ, ਫਿਰ ਉਹਨਾਂ ਦੇ ਆਰਡਰ ਐਗਜ਼ੀਕਿਊਟ ਕਰਦਾ, ਅਦਰਵਾਈਜ਼ ਆਰਡਰ ਉਹਨਾਂ ਦੇ ਬਣਾਉਂਦਾ ਹੀ ਨਹੀਂ ਹੈ। 10th ਕੁਐਸਚਨ ਹੈ ਜੀ ਕਿ ਹਾਊ ਡਿਡ ਦਾ ਫੋਟੋਗ੍ਰਾਫ ਗੈਟ ਡੈਮੇਜਡ। ਹਾਊ ਦਾ ਮਤਲਬ ਹੁੰਦਾ ਹਮੇਸ਼ਾ ਕਿਵੇਂ, ਕਿਵੇਂ ਜਿਹੜੀ ਫੋਟੋਗ੍ਰਾਫ ਸੀਗੀ ਉਹ ਖਰਾਬ ਹੋ ਗਈ, ਡੈਮੇਜਡ ਬਿਲਕੁਲ ਹੀ ਖਰਾਬ ਹੋ ਗਈ। ਇਹਦੀ ਫੋਟੋਗ੍ਰਾਫ ਉਹੀ ਓਲਡ ਮੈਨ ਦੀ ਫੋਟੋਗ੍ਰਾਫ ਜਿਹੜਾ ਕਸਟਮਰ ਦੇ ਕੇ ਗਿਆ ਸੀ। ਤਾਂ ਦੱਤਾ ਲੋਸਟ ਹਿਜ਼ ਪੈਨਸਲ ਵਾਈਲ ਫਰੇਮਿੰਗ ਦਾ ਪਿਕਚਰ। ਤਾਂ ਤੁਹਾਨੂੰ ਪਤਾ ਹੈ ਬੱਚਿਓ ਕਿ ਜਦੋਂ ਕਸਟਮਰ ਇੱਕ ਵਾਰੀ ਉਸ ਜਗ੍ਹਾ ਤੋਂ ਲੰਘ ਰਿਹਾ ਹੁੰਦਾ ਹੈ ਤਾਂ ਉਹ ਦੱਤਾ ਨੂੰ ਕਹਿੰਦਾ ਹੈ ਕਿ ਮੇਰੀ ਪਿਕਚਰ ਫਰੇਮ ਹੋ ਗਈ। ਹਾਲਾਂਕਿ ਉਸ ਦੇ 15 ਦਿਨ ਪੂਰੇ ਨਹੀਂ ਹੋਏ ਹੁੰਦੇ, ਲੇਕਿਨ ਉਹ ਇੱਕ ਤਰ੍ਹਾਂ ਨਾਲ ਵੈਸੇ ਹੀ ਪੁੱਛ ਲੈਂਦਾ ਕਿ ਮੇਰੀ ਪਿਕਚਰ ਫਰੇਮ ਹੋ ਗਈ। ਤਾਂ ਦੱਤਾ ਨੂੰ ਉਸ ਪਲ ਤੋਂ ਯਕੀਨ ਹੋ ਜਾਂਦਾ ਹੈ ਕਿ ਇਹ ਪਿਕਚਰ ਜ਼ਰੂਰ ਫਰੇਮ ਕਰਵਾ ਕੇ ਲੈ ਕੇ ਜਾਊਗਾ, ਤੇ ਉਸ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਪਿਕਚਰ ਦੇ ਵਿੱਚ ਜੋ ਓਲਡ ਮੈਨ ਹੈ ਉਸ ਦੇ ਨਾਲ ਇਹ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ। ਤਾਂ ਜਦੋਂ ਉਹ ਪਿਕਚਰ ਬਣਾ ਰਿਹਾ ਹੁੰਦਾ ਹੈ, ਦੱਤਾ ਲੋਸਟ ਹਿਜ਼ ਪੈਨਸਲ, ਦੱਤਾ ਆਪਣੀ ਪੈਨਸਲ ਸਟੱਬ ਖੋ ਦਿੰਦਾ ਹੈ, ਛੋਟੀ ਜਿਹੀ ਪੈਨਸਲ ਹੁੰਦੀ ਹੈ ਉਸ ਨੂੰ ਖੋ ਦਿੰਦਾ ਹੈ। ਕਦੋਂ, ਵਾਈਲ ਫਰੇਮਿੰਗ ਦਾ ਪਿਕਚਰ, ਉਸੇ ਪਿਕਚਰ ਨੂੰ ਫਰੇਮ ਕਰਦੇ ਹੋਏ। ਇਨ ਆਰਡਰ ਟੂ ਫਾਈਂਡ ਇਟ, ਉਸ ਨੂੰ ਲੱਭਣ ਦੇ ਲਈ ਹੀ ਸਟੂਡ ਅਪ, ਉਹ ਖੜਾ ਹੋ ਜਾਂਦਾ ਹੈ। ਐਂਡ ਸ਼ੁਕ ਹਿਜ਼ ਧੋਤੀ ਫੋਰਸਫੁਲੀ, ਅਤੇ ਆਪਣੀ ਧੋਤੀ ਨੂੰ ਬਹੁਤ ਹੀ ਜ਼ੋਰ ਨਾਲ, ਨਾ ਫੋਰਸਫੁਲੀ ਦਾ ਮਤਲਬ ਜ਼ੋਰ ਦੇ ਨਾਲ ਸ਼ੇਕ ਕਰਦਾ ਹੈ, ਹਿਲਾਉਂਦਾ ਹੈ, ਕਿਉਂਕਿ ਅੱਗੇ ਵੀ ਇਹ ਕੰਮ ਕਰਦਾ ਉਹ ਜਦੋਂ ਵੀ ਉਸਦੀ ਪੈਨਸਿਲ ਸਟੱਬ ਜਾਂ ਗਲਾਸ ਕਟਰ ਗੁੰਮ ਜਾਂਦਾ ਹੈ ਤਾਂ ਉਹ ਖੜਾ ਹੁੰਦਾ ਹੈ ਅਤੇ ਫਿਰ ਆਪਣੀ ਧੋਤੀ ਨੂੰ ਕਈ ਵਾਰੀ ਇਸ ਤਰ੍ਹਾਂ ਮੂਵ ਕਰਦਾ ਹੈ, ਸ਼ੇਕ ਕਰਦਾ ਹੈ। ਤਾਂ ਉਸਨੇ ਫਿਰ ਉਵੇਂ ਕੀਤਾ। ਹਾਲਾਂਕਿ ਉਸ ਤੋਂ ਪਹਿਲਾਂ ਜਦੋਂ ਉਹ ਧੋਤੀ ਨੂੰ ਸ਼ੇਕ ਕਰਦਾ ਤਾਂ ਉਸ ਦੀਆਂ ਜਿਹੜੀਆਂ ਟੰਗੀਆਂ ਹੋਈਆਂ ਸ਼ੌਪ ਦੀਆਂ ਵਾਲਸ 'ਤੇ ਤਸਵੀਰਾਂ ਨੇ ਉਹ ਬੜੀਆਂ ਜੈਂਟਲੀ ਮੂਵ ਕਰਦੀਆਂ ਨੇ, ਆਪਾਂ ਚੈਪਟਰ ਦੇ ਸ਼ੁਰੂ 'ਚ ਪੜ੍ਹਿਆ। ਲੇਕਿਨ ਉਸ ਦਿਨ ਕਿਉਂਕਿ ਉਹ ਥੋੜ੍ਹੀ ਜਿਹੀ ਟੈਨਸ਼ਨ 'ਚ ਹੁੰਦਾ ਹੈ, ਉਸਨੇ ਪਿਕਚਰ ਸਮੇਂ 'ਤੇ ਤਿਆਰ ਕਰਨੀ ਹੁੰਦੀ ਹੈ, ਇਸ ਕਰਕੇ ਉਹ ਜ਼ੋਰ ਨਾਲ ਆਪਣੀ ਧੋਤੀ ਨੂੰ ਕੁਝ ਜ਼ਿਆਦਾ ਹੀ ਜ਼ੋਰ ਲਾ ਦਿੰਦਾ ਤਾਂ ਧੋਤੀ ਨੂੰ ਸ਼ੇਕ ਕਰਦੇ ਹੋਏ। ਤਾਂ ਹੁੰਦਾ ਕੀ ਹੈ, ਐਜ਼ ਅ ਰਿਜ਼ਲਟ, ਨਤੀਜੇ ਵਜੋਂ ਅ ਟਿਨ ਕੰਟੇਨਿੰਗ ਵਾਈਟ ਪੇਂਟ ਫੈਲ ਔਨ ਦਾ ਫੋਟੋਗ੍ਰਾਫ ਐਂਡ ਡੈਮੇਜਡ ਇਟ। ਤਾਂ ਨਤੀਜੇ ਵਜੋਂ ਇੱਕ ਟਿਨ ਹੁੰਦਾ ਹੈ ਜੀ, ਛੋਟਾ ਜਿਹਾ ਟਿਨ ਹੁੰਦਾ ਹੈ ਜਿਸ ਦੇ ਵਿੱਚ ਵਾਈਟ ਪੇਂਟ ਪਿਆ ਹੁੰਦਾ ਹੈ, ਕੰਟੇਨਿੰਗ ਵਾਈਟ ਪੇਂਟ, ਕੰਟੇਨਿੰਗ ਦਾ ਮਤਲਬ ਉਸ ਦੇ ਵਿੱਚ ਪਿਆ ਹੁੰਦਾ ਹੈ ਵਾਈਟ ਪੇਂਟ। ਫੈਲ ਔਨ ਦਾ ਫੋਟੋਗ੍ਰਾਫ, ਉਹ ਫੋਟੋਗ੍ਰਾਫ ਤੇ ਗਿਰ ਜਾਂਦਾ ਹੈ, ਐਂਡ ਡੈਮੇਜਡ ਇਟ, ਅਤੇ ਫੋਟੋ ਨੂੰ ਸਾਰੀ ਨੂੰ ਖਰਾਬ ਕਰ ਦਿੰਦਾ ਹੈ, ਨਸ਼ਟ ਕਰ ਦਿੰਦਾ ਹੈ। 11th ਕੁਐਸਚਨ ਹੈ ਜੀ ਕਿ ਹਾਊ ਡਿਡ ਹੀ ਟਰਾਈ ਟੂ ਰੈਸਕਿਊ ਦਾ ਪਿਕਚਰ। ਹਾਊ ਦਾ ਮਤਲਬ ਫਿਰ ਉਵੇਂ ਕਿਵੇਂ, ਕਿਵੇਂ ਉਹ ਕੋਸ਼ਿਸ਼ ਕਰਦਾ ਹੈ, ਟਰਾਈ ਦਾ ਮਤਲਬ ਕੋਸ਼ਿਸ਼ ਕਰਦਾ ਹੈ ਪਿਕਚਰ ਨੂੰ ਬਚਾਉਣ ਦੇ ਲਈ। ਰੈਸਕਿਊ ਦਾ ਮਤਲਬ ਹੁੰਦਾ ਹੈ ਜੀ ਬਚਾਉਣਾ। ਪਿਕਚਰ ਨੂੰ ਬਚਾਉਣ ਦੇ ਲਈ ਉਹ ਕੀ ਕੋਸ਼ਿਸ਼ ਕਰਦਾ। ਹੁਣ ਪਿਕਚਰ ਦੇ ਉੱਪਰ ਤਾਂ ਵਾਈਟ ਪੇਂਟ ਗਿਰ ਗਿਆ, ਉਹ ਕੋਸ਼ਿਸ਼ ਤਾਂ ਕਰਦਾ ਬਚਾਉਣ ਦੀ, ਲੇਕਿਨ ਕੋਸ਼ਿਸ਼ ਉਸ ਦੀ ਕੁਝ ਹੋਰ ਹੀ ਹੋ ਜਾਂਦੀ ਹੈ, ਬਿਲਕੁਲ ਹੀ ਪਿਕਚਰ ਖਰਾਬ ਹੋ ਜਾਂਦੀ ਹੈ। ਤਾਂ ਆਪਾਂ ਆਨਸਰ ਇਹਦਾ ਲਿਖਾਂਗੇ, ਹੀ ਟਰਾਈਡ ਟੂ ਰਬ ਆਫ ਦਾ ਪੇਂਟ ਫਰੋਮ ਦਾ ਪਿਕਚਰ ਵਿਦ ਅ ਪੀਸ ਆਫ ਕਲੋਥ। ਰਬ ਆਫ ਦਾ ਮਤਲਬ ਹੁੰਦਾ ਜੀ ਰਗੜਨਾ, ਰਗੜਨਾ। ਤਾਂ ਉਹ ਰਗੜਨ ਦੀ ਕੋਸ਼ਿਸ਼ ਕਰਦਾ ਹੈ ਦਾ ਪੇਂਟ, ਪੇਂਟ ਨੂੰ, ਜਿਹੜਾ ਪੇਂਟ ਵਾਈਟ ਪੇਂਟ ਗਿਰਿਆ ਹੁੰਦਾ ਪਿਕਚਰ ਤੇ, ਉਹ ਉਸ ਪੇਂਟ ਨੂੰ ਰਗੜਨ ਦੀ ਕੋਸ਼ਿਸ਼ ਕਰਦਾ ਹੈ ਫਰੋਮ ਦਾ ਪਿਕਚਰ, ਪਿਕਚਰ ਤੋਂ। ਕਿਸ ਦੀ ਹੈਲਪ ਦੇ ਨਾਲ, ਵਿਦ ਅ ਪੀਸ ਆਫ ਕਲੋਥ, ਇੱਕ ਕੱਪੜੇ ਦੇ ਟੁਕੜੇ ਦੇ ਨਾਲ, ਕੱਪੜੇ ਦੇ ਟੁਕੜੇ ਦੇ ਨਾਲ ਉਸ ਨੂੰ ਉਹ ਰਗੜਨ ਦੀ ਕੋਸ਼ਿਸ਼ ਕਰਦਾ ਹੈ। ਬਟ ਹੀ ਰਬਡ ਇਟ ਸੋ ਹਾਰਡ ਦੈਟ ਹੀ ਪੀਲਡ ਆਫ ਥਿਨ ਸਟ੍ਰਿਪਸ ਆਫ ਫਿਲਮੀ ਕੋਟਿੰਗ ਫਰੋਮ ਇਟਸ ਸਰਫੇਸ। ਪਰ ਉਹ ਇਸ ਨੂੰ ਰਗੜਦਾ ਹੈ, ਰਬ ਦਾ ਮਤਲਬ ਇੱਥੇ ਫਿਰ ਰਗੜਨਾ, ਪਰ ਉਹ ਇਸ ਨੂੰ ਰਗੜਦਾ ਹੈ, ਇੰਨਾ ਜ਼ਿਆਦਾ ਜ਼ੋਰ ਨਾਲ ਰਗੜਦਾ ਹੈ ਕਿ ਉਹ ਪੀਲਡ ਆਫ ਕਰ ਦਿੰਦਾ ਨਾ। ਪੀਲ ਆਫ ਦਾ ਮਤਲਬ ਹੁੰਦਾ ਹੈ ਛਿੱਲ ਦੇਣਾ, ਤਾਂ ਉਹ ਛਿੱਲ ਦਿੰਦਾ ਹੈ ਜੀ ਥਿਨ ਸਟ੍ਰਿਪਸ ਆਫ ਫਿਲਮੀ ਕੋਟਿੰਗ। ਹੁਣ ਤੁਹਾਨੂੰ ਪਤਾ ਨਾ ਪਿਕਚਰ ਦੇ ਉੱਪਰ ਜਿਹੜੀ ਕੋਈ ਤਸਵੀਰ ਹੁੰਦੀ ਹੈ ਉਸ ਦੇ ਉੱਪਰ ਫਿਲਮ ਦੀਆਂ ਕੋਟਿੰਗਸ ਹੁੰਦੀਆਂ ਨੇ, ਤਾਂ ਉਹ ਫਿਲਮ ਦੀਆਂ ਕੋਟਿੰਗ ਨੂੰ ਉਸ ਦੀਆਂ ਥਿਨ ਸਟ੍ਰਿਪਸ, ਥਿਨ ਸਟ੍ਰਿਪਸ ਦਾ ਮਤਲਬ ਪਤਲੀਆਂ ਪਤਲੀਆਂ ਜਿਹੜੀਆਂ ਤੇਹਾਂ ਹੁੰਦੀਆਂ ਨੇ, ਸਟ੍ਰਿਪਸ ਹੁੰਦੀਆਂ ਨੇ, ਉਹਨਾਂ ਨੂੰ ਉਹ ਛਿੱਲ ਦਿੰਦਾ ਹੈ। ਤਾਂ ਪਿਕਚਰ ਦੇ ਸਰਫੇਸ ਤੋਂ ਉਹ ਸਾਰੀਆਂ ਫਿਲਮੀ ਕੋਟਿੰਗ ਛਿੱਲ ਦਿੰਦਾ ਹੈ, ਪੂਰੀ ਪਿਕਚਰ ਹੀ ਉਸਦੀ ਖਰਾਬ ਹੋ ਜਾਂਦੀ ਹੈ। ਤਾਂ 12th ਕੁਐਸਚਨ ਹੈ ਬੱਚਿਓ ਕਿ ਵਟ ਸੋਲੂਸ਼ਨ ਡਿਡ ਦਾ ਫਾਈਨਲੀ ਕਮ ਅਪ ਵਿਦ।
ਤਾਂ ਦੱਤੇ ਨੂੰ ਕਿਹੜਾ ਹੱਲ ਸੁੱਝ ਜਾਂਦਾ ਹੈ ਅੰਤ ਤੇ। ਫਾਈਨਲੀ ਦਾ ਮਤਲਬ ਹੁੰਦਾ ਅੰਤ ਤੇ ਕਮ ਅਪ ਵਿਦ, ਬੱਚਿਓ ਮੈਂ ਇੱਥੇ ਥੋੜਾ ਜਿਹਾ ਕਲੀਅਰ ਕਰਨਾ ਚਾਹਾਂ ਨਾ, ਉਹ ਕਮ ਅਪ ਵਿਦ ਜਿਹੜਾ ਸ਼ਬਦ ਹੈ ਇਹ ਇੱਕ ਤਰ੍ਹਾਂ ਨਾਲ ਫਰੇਜ਼ਲ ਵਰਬ ਹੈ, ਜੋ ਕਮ ਦੀ ਫਰੇਜ਼ਲ ਵਰਬ ਹੈ। ਇਹ ਦੇਖੋ ਕਮ ਦਾ ਮਤਲਬ ਤਾਂ ਆਉਣਾ ਹੁੰਦਾ ਹੈ, ਲੇਕਿਨ ਕਮ ਦੇ ਵਿੱਚ ਪਿੱਛੇ ਜੇਕਰ ਅਪ ਆ ਜੇ ਤੇ ਉਹਦੇ ਪਿੱਛੇ ਵਿਦ ਆ ਜੇ, ਦੋ ਪ੍ਰੈਪੋਜੀਸ਼ਨ ਦੇਖੋ ਕਮ ਦੇ ਪਿੱਛੇ ਆ ਗਈਆਂ। ਕਮ ਤਾਂ ਸਾਡੀ ਵਰਬ ਹੋ ਗਈ, ਅਪ ਸਾਡੀ ਪ੍ਰੈਪੋਜੀਸ਼ਨ ਪਹਿਲੀ ਹੋ ਗਈ ਤੇ ਦੂਜੀ ਪ੍ਰੈਪੋਜੀਸ਼ਨ ਵਿਦ ਹੋ ਗਈ। ਕਮ ਅਪ ਵਿਦ ਦਾ ਮਤਲਬ ਹੁੰਦਾ ਹੈ ਕੋਈ ਆਈਡੀਆ ਸੁਝਣਾ, ਕੋਈ ਵਿਚਾਰ ਸੁਝਣਾ। ਤਾਂ ਦੇਖੋ ਟੋਟਲੀ ਚੇਂਜ ਹੋ ਗਿਆ, ਕਮ ਦਾ ਮਤਲਬ ਆਉਣਾ ਹੁੰਦਾ ਹੈ, ਲੇਕਿਨ ਕਮ ਅਪ ਵਿਦ ਦਾ ਮਤਲਬ ਹੁੰਦਾ ਹੈ ਕੋਈ ਵਿਚਾਰ ਦਿਮਾਗ 'ਚ ਆਉਣਾ, ਉਸ ਨੂੰ ਕਹਿੰਦੇ ਨੇ। ਤਾਂ ਫਰੇਜ਼ਲ ਵਰਬਸ 'ਤੇ ਹਮੇਸ਼ਾ ਬੱਚਿਓ ਧਿਆਨ ਦਿਆ ਕਰੋ। ਮੈਂ ਜਦੋਂ ਵੀ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਤੇ ਐਨਾਲਿਸਿਸ ਕਰਾਉਣਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਫਰੇਜ਼ਲ ਵਰਬਸ 'ਤੇ ਵੱਧ ਤੋਂ ਵੱਧ ਤੁਹਾਨੂੰ ਫੋਕਸ ਕਰਾਂ ਤੇ ਉਹਨਾਂ ਦੇ ਮੀਨਿੰਗਸ ਤੁਹਾਨੂੰ ਦੱਸਾਂ, ਤਾਂ ਕਿ ਤੁਹਾਡੀ ਵੋਕੈਬਲਰੀ ਦਾ ਉਹ ਪਾਰਟ ਬਣਨ। ਤਾਂ ਦੱਤੇ ਨੂੰ ਫਾਈਨਲੀ ਅੰਤ ਤੇ ਕਿਹੜਾ ਇੱਕ ਵਿਚਾਰ ਸੁਝਿਆ ਕਿ ਜਿਸ ਨਾਲ ਕਿ ਉਸਦੀ ਜਿਹੜੀ ਖਰਾਬ ਹੋਈ ਪਿਕਚਰ ਹੈ ਉਸ ਨੂੰ ਉਹ ਠੀਕ ਕਰ ਸਕੇ। ਤਾਂ ਦੱਤਾ ਰਿਪਲੇਸ ਦਾ ਪਿਕਚਰ ਆਫ ਦੀ ਓਲਡ ਮੈਨ ਵਿਦ ਅਨਦਰ ਸਿਮਿਲਰ ਵਨ। ਤਾਂ ਦੱਤਾ ਨੇ ਕੀ ਕੀਤਾ, ਰਿਪਲੇਸ ਕਰਤਾ, ਬਦਲ ਦਿੱਤੀ। ਕਿਸ ਨੂੰ ਬਦਲ ਦਿੱਤਾ? ਓਲਡ ਮੈਨ ਦੀ ਪਿਕਚਰ ਨੂੰ ਕਿਸ ਦੇ ਨਾਲ? ਵਿਦ ਅਨਦਰ ਸਿਮਿਲਰ ਵਨ। ਸਿਮਿਲਰ ਮਤਲਬ ਬਿਲਕੁਲ ਉਸੇ ਤਰ੍ਹਾਂ ਦੀ ਇੱਕ ਹੋਰ ਪਿਕਚਰ ਦੇ ਨਾਲ ਬਦਲਤਾ, ਕਿਉਂਕਿ ਪਹਿਲੀ ਪਿਕਚਰ ਤਾਂ ਖਰਾਬ ਹੋ ਗਈ ਨਾ ਓਲਡ ਮੈਨ ਦੀ। ਤਾਂ ਓਲਡ ਮੈਨ ਵਰਗੀ ਇੱਕ ਹੋਰ ਉਸਨੇ ਤਸਵੀਰ ਲੱਭੀ। ਆਪਾਂ ਚੈਪਟਰ ਦੇ ਵਿੱਚ ਪੜ੍ਹਿਆ ਕਿ ਉਸਨੇ ਇੱਕ ਬਾਕਸ ਰੱਖਿਆ ਹੋਇਆ ਸੀ, ਉਹਨਾਂ ਤਸਵੀਰਾਂ ਦਾ ਬਾਕਸ ਸੀਗਾ ਜਿਹੜੀਆਂ ਤਸਵੀਰਾਂ ਨੂੰ ਉਸਦੇ ਕਸਟਮਰਸ ਕਦੇ ਲੈਣ ਹੀ ਨਹੀਂ ਸੀ ਆਉਂਦੇ, ਆਰਡਰ ਦੇ ਗਏ ਲੇਕਿਨ ਕਦੇ ਲੈਣ ਨਹੀਂ ਸੀ ਆਉਂਦੇ। ਤਾਂ ਬਹੁਤ ਸਾਰੀਆਂ ਤਸਵੀਰਾਂ ਪਈਆਂ ਸੀ, ਉਹ ਬਲੈਕ ਐਂਡ ਵਾਈਟ ਜੀ ਪਿਕਚਰ ਉਸਨੇ ਮਿਲੀ ਜੋ ਕਿ ਬਿਲਕੁਲ ਓਲਡ ਮੈਨ ਵਰਗੀ ਸੀ। ਤਾਂ ਉਸਨੇ ਉਸ ਨੂੰ ਉਸ ਪਿਕਚਰ ਦੇ ਨਾਲ ਰਿਪਲੇਸ ਕਰਤਾ। ਹੀ ਫਰੇਮਡ ਇਟ ਐਂਡ ਮੇਡ ਇਟ ਰੈਡੀ ਫॉर ਦਾ ਕਸਟਮਰ। ਤਾਂ ਉਸਨੇ ਇਸ ਨੂੰ ਫਰੇਮ ਕਰਤਾ ਅਤੇ ਕਸਟਮਰ ਦੇ ਲਈ ਰੈਡੀ ਕਰਤਾ। 13ਵਾਂ ਕੁਐਸਚਨ ਹੈ ਜੀ ਕਿ ਵਾਈ ਵਰ ਦੀ ਡੇਜ਼ ਫॉलोड ਫਿਲਡ ਵਿਦ ਸਸਪੈਂਸ ਐਂਡ ਐਂਗਜ਼ਾਇਟੀ। ਵਾਈ ਦਾ ਮਤਲਬ ਹੁੰਦਾ ਹੈ ਜੀ ਕਿਉਂ, ਇਹ ਧਿਆਨ ਰੱਖੋ। ਤਾਂ ਹੁਣ ਜਦੋਂ ਉਸਨੇ ਪਿਕਚਰ ਫਰੇਮ ਕਰਤੀ ਉਸ ਤੋਂ ਬਾਅਦ ਵਾਲੇ ਦਿਨਾਂ ਦਾ ਜ਼ਿਕਰ ਹੈ ਕਿ ਵਾਈ ਵਰ ਦਾ ਡੇਜ਼ ਫॉलोड, ਕਿ ਬਾਅਦ ਵਾਲੇ ਦਿਨ ਜਿਹੜੇ ਆਏ ਉਹ ਉਸ ਲਈ ਇੱਕ ਸਸਪੈਂਸ ਦੇ ਨਾਲ, ਸ਼ੱਕ ਦੇ ਨਾਲ ਅਤੇ ਐਂਗਜ਼ਾਇਟੀ ਅਤੇ ਚਿੰਤਾ ਦੇ ਨਾਲ ਭਰੇ ਹੋਏ ਕਿਉਂ ਸੀ। ਕਿਉਂਕਿ ਉਸਨੇ ਫਰੇਮ ਤਾਂ ਕਰਤੀ ਪਿਕਚਰ 2-3 ਦਿਨ ਪਹਿਲਾਂ ਹੀ, ਤੇ ਉਸ ਤੋਂ ਬਾਅਦ ਕਸਟਮਰ ਨੇ ਆਉਣਾ ਸੀ। ਤਾਂ ਜਦ ਤੱਕ ਕਸਟਮਰ ਆਇਆ ਨਹੀਂ, ਇਨ ਬਿਟਵੀਨ ਜਿਹੜੇ ਦਿਨ ਗੁਜ਼ਰੇ, ਤਾਂ ਉਹਨਾਂ ਦਿਨਾਂ ਦੇ ਵਿੱਚ ਦੱਤਾ ਬਹੁਤ ਹੀ ਜ਼ਿਆਦਾ ਸਸਪੈਂਸ 'ਚ ਰਿਹਾ ਤੇ ਐਂਗਜ਼ਾਇਟੀ 'ਚ ਰਿਹਾ। ਉਹਦਾ ਰੀਜ਼ਨ ਆਪਾਂ ਨੂੰ ਪਿਛਲੇ ਕੁਐਸਚਨ ਤੋਂ ਹੀ ਪਤਾ ਲੱਗ ਗਿਆ ਹੋਣਾ ਬੱਚਿਓ, ਕਿਉਂਕਿ ਉਸਨੇ ਅਸਲੀ ਪਿਕਚਰ ਨੂੰ ਤਾਂ ਫਰੇਮ ਕੀਤਾ ਨਹੀਂ, ਉਸਨੇ ਤਾਂ ਇੱਕ ਉੱਦਾਂ ਦੀ ਮਿਲਦੀ ਜੁਲਦੀ ਹੋਰ ਤਸਵੀਰ ਨੂੰ ਫਰੇਮ ਕਰਤਾ। ਅਸਲੀ ਪਿਕਚਰ ਤਾਂ ਉਸ ਤੋਂ ਖਰਾਬ ਹੋ ਗਈ ਸੀ, ਤਾਂ ਉਸ ਨੂੰ ਹਮੇਸ਼ਾ ਇਹੀ ਲੱਗਿਆ ਰਿਹਾ ਕਿ ਕਿਤੇ ਮੇਰਾ ਭਾਂਡਾ ਨਾ ਫੁੱਟ ਜੇ। ਤਾਂ ਆਨਸਰ ਆਪਾਂ ਇਹ ਲਿਖਾਂਗੇ, ਦ ਡੇਜ਼ ਵਰ ਫਿਲਡ ਵਿਦ ਸਸਪੈਂਸ ਐਂਡ ਐਂਗਜ਼ਾਇਟੀ ਬਿਕੋਜ਼ ਦੱਤਾ ਫੀਅਰਡ ਦੈਟ ਹਿਜ਼ ਫੇਕਿੰਗ ਮਾਈਟ ਬੀ ਡਿਸਕਵਰਡ ਬਾਏ ਦਾ ਕਸਟਮਰ। ਤਾਂ ਜਿਹੜੇ ਦਿਨ ਉਹ ਗੁਜ਼ਰੇ ਸਸਪੈਂਸ ਦੇ ਨਾਲ, ਸ਼ੱਕ ਦੇ ਨਾਲ ਅਤੇ ਐਂਗਜ਼ਾਇਟੀ ਦੇ ਨਾਲ। ਐਂਗਜ਼ਾਇਟੀ ਦਾ ਮਤਲਬ ਹੁੰਦਾ ਬੱਚਿਓ ਚਿੰਤਾ। ਤਾਂ ਚਿੰਤਾ ਦੇ ਨਾਲ ਉਸ ਦੇ ਦਿਨ ਇਹ ਗੁਜ਼ਰੇ, ਕਿਉਂਕਿ ਦੱਤਾ ਹੀ ਨੂੰ ਇਹ ਡਰ ਸੀ, ਫੀਅਰਡ ਡਰ ਸੀ ਕਿ ਉਸਦੀ ਜਿਹੜੀ ਫੇਕਿੰਗ ਹੈ, ਫੇਕਿੰਗ ਦਾ ਮਤਲਬ ਜੋ ਉਸਨੇ ਤਸਵੀਰ ਬਦਲੀ ਹੈ, ਫੇਕ ਤਸਵੀਰ ਨੂੰ ਫਰੇਮ ਕੀਤਾ ਹੈ, ਡਿਸਕਵਰਡ ਨਾ ਹੋ ਜੇ, ਕਿਤੇ ਕਸਟਮਰ ਨੂੰ ਪਤਾ ਨਾ ਲੱਗ ਜੇ ਉਸ ਦੀ ਚਲਾਕੀ ਦਾ, ਇਸ ਕਰਕੇ ਉਸ ਦੇ ਦਿਨ ਬੜੇ ਹੀ ਚਿੰਤਾ ਦੇ ਨਾਲ ਗੁਜ਼ਰੇ। 14 ਕੁਐਸਚਨ ਹੈ ਜੀ ਕਿ ਵਟ ਇਫੈਕਟ ਡਿਡ ਦਾ ਪਿਕਚਰ ਹੈਵ ਔਨ ਦਾ ਕਸਟਮਰ। ਚਲੋ ਉਸਨੇ ਜਿਹੜੀ ਉਹ ਫੇਕ ਪਿਕਚਰ ਨੂੰ ਫਰੇਮ ਕੀਤਾ ਸੀ ਉਸ ਦੇ ਬਾਰੇ ਕੁਐਸਚਨ ਹੈ ਕਿ ਹੁਣ ਉਸ ਪਿਕਚਰ ਨੂੰ ਦੇਖ ਕੇ ਕਸਟਮਰ ਦੇ ਉੱਪਰ ਕੀ ਇਫੈਕਟ ਪਿਆ। ਇਫੈਕਟ ਦਾ ਮਤਲਬ ਅਸਰ ਕੀ ਪਿਆ। ਆਨਸਰ ਆਪਾਂ ਇਹ ਲਿਖਾਂਗੇ, ਦਾ ਕਸਟਮਰ ਵਾਜ਼ ਵੈਰੀ ਪਲੀਜ਼ ਟੂ ਸੀ ਦਾ ਪਿਕਚਰ। ਪਹਿਲਾਂ ਤਾਂ ਦੇਖੋ ਕਸਟਮਰ ਨੂੰ ਜਦੋਂ ਉਸਨੇ ਪਿਕਚਰ ਦਿਖਾਈ, ਆਪਾਂ ਇਹ ਪੜ੍ਹਿਆ ਚੈਪਟਰ ਦੇ ਵਿੱਚ ਕਿ ਉਸਨੇ ਉਹ ਪਿਕਚਰ ਫਰੇਮ ਕਰਕੇ ਅਖਬਾਰ ਦੇ ਵਿੱਚ ਰੈਪ ਕਰਕੇ ਰੱਖੀ ਹੋਈ ਸੀ। ਦੱਤਾ ਨੇ ਉਸ ਅਖਬਾਰ ਦੇ ਵਿੱਚੋਂ ਦੀ ਅਨਰੈਪ ਕਰਕੇ ਪਿਕਚਰ ਉਸ ਨੂੰ ਹੈਂਡਓਵਰ ਕੀਤੀ। ਤਾਂ ਉਸ ਪਿਕਚਰ ਨੂੰ ਦੇਖ ਕੇ ਕਸਟਮਰ ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਕਿਉਂਕਿ ਪਿਕਚਰ ਬਹੁਤ ਹੀ ਸੋਹਣੀ ਫਰੇਮ ਹੋਈ ਸੀ। ਤਾਂ ਹੀ ਵਾਜ਼ ਵੈਰੀ ਪਲੀਜ਼ਡ, ਕਸਟਮਰ ਬਹੁਤ ਜ਼ਿਆਦਾ ਖੁਸ਼ ਹੋਇਆ। ਪਲੀਜ਼ ਦਾ ਮਤਲਬ ਖੁਸ਼ ਹੋਇਆ ਪਿਕਚਰ ਨੂੰ ਦੇਖ ਕੇ। ਬਟ ਹੀ ਵਾਜ਼ ਨੋਟ ਹੈਪੀ ਵਿਦ ਦਾ ਸਕੇਅਰ ਸ਼ੇਪ ਆਫ ਦਾ ਫਰੇਮ। ਪਰ ਉਹ ਖੁਸ਼ ਨਹੀਂ ਸੀ ਫਰੇਮ ਦੀ ਸਕੇਅਰ ਸ਼ੇਪ ਨੂੰ ਦੇਖ ਕੇ। ਸਕੇਅਰ ਸ਼ੇਪ ਹੁੰਦੀ ਹੈ ਬੱਚਿਓ ਬਿਲਕੁਲ ਚੌਰਸ ਸ਼ੇਪ, ਉਸ ਨੂੰ ਅਸੀਂ ਸਕੇਅਰ ਕਹਿੰਦੇ ਹਾਂ। ਤੇ ਸਕੇਅਰ ਸ਼ੇਪ ਨੂੰ ਦੇਖ ਕੇ ਉਹ ਖੁਸ਼ ਨਹੀਂ ਹੋਇਆ, ਕਿਉਂਕਿ ਯਾਦ ਹੋਣਾ ਤੁਹਾਨੂੰ ਬੱਚਿਓ ਚੈਪਟਰ ਦੇ ਵਿੱਚ ਕਿ ਉਸਨੇ ਓਵਲ ਫਰੇਮ ਦਾ ਆਰਡਰ ਦਿੱਤਾ ਸੀ, ਕੱਟ ਮਾਊਂਟ ਵਾਲੇ ਓਵਲ ਫਰੇਮ ਦਾ, ਲੇਕਿਨ ਦੱਤਾ ਨੇ ਉਸ ਨੂੰ ਸਕੇਅਰ ਸ਼ੇਪ ਦੇ ਵਿੱਚ ਹੀ ਜੜਤਾ ਸੀ, ਤਾਂ ਉਸ ਨਾਲ ਉਹ ਖੁਸ਼ ਨਹੀਂ ਸੀ ਹੋਇਆ। ਤਾਂ ਇਹ ਇਫੈਕਟ ਪਿਆ ਜੀ ਕਸਟਮਰ ਤੇ। ਲਾਸਟ ਕੁਐਸਚਨ ਹੈ ਜੀ, ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਵਟ ਵਾਜ਼ ਕਸਟਮਰਸ ਕੰਪਲੇਂਟ ਰਿਗਾਰਡਿੰਗ ਦਾ ਫਰੇਮ। ਕਿ ਕਸਟਮਰ ਦੀ, ਫਿਰ ਦੇਖੋ ਐਪ ਐਸਾ ਹੀ ਹੈ, ਇਸ ਦਾ ਮਤਲਬ ਹੈ ਕਿ ਗਾਹਕ ਦੀ ਕੰਪਲੇਂਟ ਕੀ ਸੀ, ਸ਼ਿਕਾਇਤ ਕੀ ਸੀ ਫਰੇਮ ਦੇ ਰਿਗਾਰਡਿੰਗ। ਜੋ ਉਸਨੇ ਫਰੇਮ ਬਣਾਇਆ ਸੀ ਦੱਤਾ ਨੇ, ਉਸ ਦੇ ਬਾਰੇ ਗਾਹਕ ਦੀ ਸ਼ਿਕਾਇਤ ਕੀ ਸੀ। ਹਾਲਾਂਕਿ ਸਾਨੂੰ ਬੱਚਿਓ ਪਤਾ ਹੈ ਕਿ ਜਿਹੜੀ ਫਰੇਮ ਦੇ ਵਿੱਚ ਪਿਕਚਰ ਲਾਈ ਸੀ ਦੱਤਾ ਨੇ ਉਹ ਫੇਕ ਪਿਕਚਰ ਸੀ, ਕਿਸੇ ਹੋਰ ਪਰਸਨ ਦੀ ਪਿਕਚਰ ਸੀ, ਉਸ ਓਲਡ ਮੈਨ ਦੀ ਪਿਕਚਰ ਨਹੀਂ ਸੀ।
ਉਸ ਓਲਡ ਮੈਨ ਦੀ ਪਿਕਚਰ ਵੱਲ ਤਾਂ ਕਸਟਮਰ ਦਾ ਕੋਈ ਧਿਆਨ ਨਹੀਂ ਗਿਆ, ਸਿਰਫ ਉਹ ਫਰੇਮ ਨੂੰ ਹੀ ਦੇਖਦਾ ਰਿਹਾ। ਤਾਂ ਉਸ ਦੇ ਬਾਰੇ ਕੁਐਸਚਨ ਹੈ, ਆਨਸਰ ਲਿਖਾਂਗੇ ਹਿਜ਼ ਓਨਲੀ ਕੰਪਲੇਂਟ ਵਾਜ਼ ਦੈਟ ਦਾ ਪਿਕਚਰ ਵਾਜ਼ ਨਾਟ ਫਰੇਮਡ ਵਿਦ ਐਨ ਓਵਲ ਸ਼ੇਪ ਕੱਟ ਮਾਊਂਟ। ਉਸ ਦੀ ਕੇਵਲ ਇਕਲੌਤੀ ਸ਼ਿਕਾਇਤ ਇੱਕੋ ਹੀ ਸੀ, ਓਨਲੀ ਕੰਪਲੇਂਟ। ਕੰਪਲੇਂਟ ਦਾ ਮਤਲਬ ਸ਼ਿਕਾਇਤ ਇਹ ਸੀ ਕਿ ਪਿਕਚਰ ਨੂੰ ਫਰੇਮ ਨਹੀਂ ਸੀ ਕੀਤਾ ਗਿਆ, ਉਸ 'ਤੇ ਉਹ ਫਰੇਮ ਨਹੀਂ ਸੀ ਚਾੜਿਆ ਗਿਆ। ਕਿਹੜਾ ਫਰੇਮ? ਜੋ ਕਿ ਓਵਲ ਸ਼ੇਪ ਦਾ ਕੱਟ ਮਾਊਂਟ ਵਾਲਾ ਹੁੰਦਾ। ਓਵਲ ਦਾ ਮਤਲਬ ਹੁੰਦਾ ਬੱਚਿਓ ਅੰਡਾਕਾਰ, ਜੋ ਕਿ ਪੂਰਾ ਤਰ੍ਹਾਂ ਗੋਲ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਦਾ ਫਰੇਮ ਹੁੰਦਾ ਹੈ, ਤਾਂ ਓਵਲ ਸ਼ੇਪ ਵਾਲੇ ਫਰੇਮ ਦੇ ਵਿੱਚ ਉਸ ਪਿਕਚਰ ਨੂੰ ਫਰੇਮ ਨਹੀਂ ਸੀ ਕੀਤਾ ਗਿਆ, ਸਿਰਫ ਉਸ ਦੀ ਇਹੀ ਇੱਕ ਸ਼ਿਕਾਇਤ ਸੀ। ਤਾਂ ਸਟੂਡੈਂਟਸ, ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਸਮਝ ਲਏ ਹੋਣਗੇ। ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਮੈਂ ਇਸ ਵੀਡੀਓ ਦੇ ਐਂਡ ਦੇ ਵਿੱਚ ਇਸ ਚੈਪਟਰ ਦੇ ਜੋ ਮੈਂ 2 ਵੀਡੀਓਜ਼ ਬਣਾਏ ਨੇ, ਪਹਿਲਾ ਪਾਰਟ ਜਿਸ ਦੇ ਵਿੱਚ ਐਕਸਪਲੇਨੇਸ਼ਨ ਤੇ ਐਨਾਲਿਸਿਸ ਹੈ ਇਸੇ ਚੈਪਟਰ ਦਾ ਗੋਲਡ ਫਰੇਮ ਦਾ, ਤਾਂ ਮੈਂ ਉਹ ਵੀ ਇਸ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ। ਹਾਂਜੀ, ਇਸ ਚੈਪਟਰ ਦੇ ਤੀਸਰੇ ਵੀਡੀਓ ਦੇ ਵਿੱਚ ਅਸੀਂ ਇਸ ਦੇ ਜੋ ਐਸੇ ਟਾਈਪ ਕੁਐਸਚਨਸ ਨੇ, ਖਾਸ ਤੌਰ ਤੇ ਕਰੈਕਟਰ ਸਕੈਚ ਆਫ ਦੱਤਾ ਜਾਂ ਥੀਮ ਆਫ ਦਾ ਸਟੋਰੀ ਅਸੀਂ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।